सब संगत गज के बुलाओ। वाहिगुरु जी का खालसा वाहिगुरु जी की फतेह। ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਇਹ ਜਿਹੜੀ ਚੌਪਈ ਆ ਅੱਜ ਦੇ ਦਿਨ ਆਪ ਜੀ ਨੇ ਸਤ ਸੰਗ ਜੀ ਉਚਾਰਨ ਕੀਤੀ। ਕਿੱਥੇ ਬੈਠ ਕੇ ਜਿਹੜੀ ਧਰਤੀ ਤੇ ਜਾ ਕੇ ਖਾਲਸਾ ਜੀ ਤੁਹਾਡਾ ਸੁਤੇ ਸਿੱਧੀ ਮਨ ਟਿਕ ਜਾਵੇ। ਸੁਤੇ ਸਿੱਧੀ ਸਤ ਸੰਗਤ ਜੀ ਮਨ ਦੇ ਵਿੱਚ ਆਨੰਦ ਅਨੁਭਵ ਹੋਣ ਲੱਗ ਜਾਵੇ। ਉਹ ਸਥਾਨ ਹੈ ਸਤ ਸੰਗਤ ਜੀ ਨੰਗਲ ਦੇ ਉਤਲੇ ਪਾਸੇ, ਸਤਲੁਜ ਦੇ ਕਿਨਾਰੇ ਐਨ ਉੱਚੇ ਥਾਂ ਭਭੌਰ ਸਾਹਿਬ। ਆਪ ਜੀ ਨੇ ਕਿਹਾ ਹੈ ਤੀਰ ਸੁਤਦਰਵ ਗ੍ਰੰਥ ਸੁਧਾਰਾ, ਭਾਦਰਵ ਸੁਦੀ ਅਸ਼ਟਮੀ ਰਵ ਬਾਰਾ, ਸੰਬਤ 17 ਸਹਿਤ ਭਣਿਜੈ। ਖਾਲਸਾ ਜੀ 1700 ਸੰਬਤ ਸੀ ਬਿਕਰਮੀ, ਅਰਧ ਸਹਿਤ ਫੁਨ ਤੀਨ ਕਹਿਜੈ, ਸੌਦਾ ਅੱਧ 50 ਫੁਨ ਤੀਨ ਕਹਿਜੈ, ਤਿੰਨ ਉੱਤੇ ਰਾਗ ਗਿਣ ਲਓ। 1753 ਚ ਆਪ ਜੀ ਨੇ ਉੱਥੇ ਸੁਭਾਏਮਾਨ ਹੋ ਕੇ ਗੁਰੂ ਖਾਲਸਾ ਸਤ ਸੰਗ ਸੱਚ ਚੁੱਕਿਆ ਸੀ। ਉਸ ਵੇਲੇ 1756 ਚ ਆਪ ਨੇ ਅੰਮ੍ਰਿਤ ਛਕਾਇਆ। ਗੁਰਸਿੱਖ ਸਤ ਸੰਗ ਜੀ ਸੰਗਤਾਂ ਸਹਿਜ ਧਾਰੀ ਸੀ ਖਿਮਾ ਕਰਨੀ। ਆਪ ਜੀ ਨੇ ਉਸ ਸਤ ਸੰਗ ਜੀ ਸਥਾਨ ਤੇ ਬੈਠ ਕੇ ਇਹ ਬਾਣੀ ਉਚਾਰਨ ਕੀਤੀ, ਜਿਸ ਬਾਣੀ ਦੇ ਅੰਦਰ ਇਹ ਚੌਪਈ ਪੰਜਾਂ ਬਾਣੀਆਂ ਚੋਂ ਸਤ ਸੰਗ ਚੌਥੇ ਥਾਂ ਤੇ ਦਰਜ ਹੈ। ਖਾਲਸਾ ਇਸ ਨੂੰ ਮਾਨਤਾ ਦਿੰਦਾ ਹੈ, ਸਤਿਕਾਰ ਦਿੰਦਾ ਹੈ। ਇਸ ਬਾਣੀ ਪੜ੍ਹੀ ਬਿਨਾਂ ਅੰਮ੍ਰਿਤ ਤਿਆਰ ਨਹੀਂ ਕੀਤਾ ਜਾਂਦਾ। ਐਸੀ ਅੰਮ੍ਰਿਤਮਈ ਭਰੀ ਬਾਣੀ ਸਤ ਸੰਗਤ ਜੀ ਆਪ ਜੀ ਨੇ ਉਸ ਸਥਾਨ ਤੇ ਬੈਠ ਕੇ ਉਚਾਰਨ ਕੀਤੀ ਹੈ। ਅਰਧ ਸਹਿਤ ਫੁਨ ਤੀਨ ਕਹਿਜੈ। ਖਾਲਸਾ ਜੀ ਉਸ ਵੇਲੇ 1753 ਸੰਬਤ ਸੀ, ਅੱਜ 2053 ਸੰਬਤ ਚੱਲ ਰਿਹਾ ਹੈ। ਭਾਦਰਵ ਸੁਦੀ, ਭਾਦਰੋਂ ਦੇ ਸਤ ਸੰਗ ਜੀ ਮਹੀਨੇ ਦੀ ਚਾਨਣ ਪੱਖ ਦੀ ਅਸ਼ਟਮੀ ਸੀ। ਅੱਜ ਵੀ ਸਤ ਸੰਗ ਜੀ ਭਾਦੋਂ ਦੇ ਮਹੀਨੇ ਦੀ ਚਾਨਣ ਪੱਖ ਦੀ ਅਸ਼ਟਮੀ ਆ। ਭਾਵੇਂ ਅਸਤੂ ਚੜ ਚੁੱਕਿਆ ਹੈ, ਫਿਰ ਪੱਖਾਂ ਦੇ ਹਿਸਾਬ ਨਾਲ ਮਹੀਨਿਆਂ ਦਾ ਫਰਕ ਹੁੰਦਾ। ਤੀਰ ਸੁਤਦਰਵ ਗ੍ਰੰਥ ਸੁਧਾਰਾ ਆਪਣੀ ਰਸਨਾ ਤੋਂ ਉਚਾਰਨ ਕੀਤਾ। ਸਤਲੁਜ ਦੇ ਕਿਨਾਰੇ ਤੇ ਇਹ ਅਸੀਂ ਗ੍ਰੰਥ ਸੰਪੂਰਨ ਕੀਤਾ ਹੈ। ਸੋ ਖਾਲਸਾ ਜੀ ਇਹ ਦੇਖੋ ਜੋ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਅੰਕਿਤ ਕੀਤੀ ਬਾਣੀ, ਇਹਦੇ 'ਚ ਕੋਈ ਫਰਕ ਧਰਕ ਹੈ? ਕਿਸੇ ਨੂੰ ਸ਼ੰਕਾ ਫੁਰ ਸਕਦੀ ਹੈ? ਅੱਜ ਸਤ ਸੰਗਤ ਜੀ 300 ਸਾਲ ਇਸ ਅੰਮ੍ਰਿਤਮਈ ਬਾਣੀ ਨੂੰ ਸਤ ਸੰਗਤ ਜੀ ਸੰਪੂਰਨ ਹੋਇਆ ਹੈ ਉਚਾਰੀ ਨੂੰ। ਦੁਨੀਆ ਜੁਬਲੀਆਂ ਮਨਾਉਂਦੀ ਆ 100-100 ਸਾਲਾ, ਕੋਈ ਕੁਝ ਮਨਾਉਂਦਾ, ਕੋਈ ਕੁਝ ਮਨਾਉਂਦਾ। ਸਾਰੇ ਖਾਲਸੇ ਦੇ ਹਿਰਦੇ 'ਚ ਬਿਰਤ ਹੋਵੇ ਐਸੀ ਅੰਮ੍ਰਿਤਮਈ ਬਾਣੀ ਜਿਹਨੂੰ 300 ਸਾਲ ਹੋ ਗਏ ਆ। ਕਿਤਨਿਆਂ ਗੁਰਸਿੱਖਾਂ ਨੇ ਖਾਲਸਾ ਜੀ ਪੜ੍ਹ ਕੇ ਆਪਣੀ ਜੀਵਨ ਸਫਲੇ ਕਰ ਲਏ ਹਨ। ਆਪਣੀ ਵਾਰੀ ਆਈ ਹੈ, ਆਪਾਂ ਕਿਉਂ ਪਿੱਛੇ ਹਟੀਏ? ਹਮੇਸ਼ਾ ਵਾਸਤੇ ਹਰ ਇੱਕ ਬਾਣੀ ਦੀ ਉਥਾਨਕਾ ਹੋਇਆ ਕਰਦੀ ਆ ਵੀ ਕਿਸ ਨਿਮਿਤ ਉਚਾਰਨ ਕੀਤੀ, ਕਿਉਂ ਉਚਾਰੀ, ਕਿੱਥੇ ਉਚਾਰੀ। ਸੋ ਸਤ ਸੰਗਤ ਜੀ 405 ਚਰਿੱਤਰ ਸਮਾਪਤ ਮਸਤ ਸੋ ਮਸਤ, ਇਹ ਬਾਣੀ ਦੀ ਸਮਾਪਤੀ ਤੇ ਅਕਸ਼ਰ ਹਨ। 405 ਚਰਿੱਤਰਾਂ ਦੇ ਵਿੱਚੋਂ ਅਖੀਰਲਾ ਜਿਹੜਾ ਸਤ ਸੰਗਤ ਜੀ 405ਵਾਂ ਚਰਿੱਤਰ ਹੈ, ਉਹਦੇ ਅਖੀਰ ਵਿੱਚ ਇਹ ਗੁਰਬਾਣੀ ਸਤ ਸੰਗਤ ਜੀ ਅੰਕਿਤ ਕੀਤੀ ਹੋਈ ਹੈ। ਅਸਲੀ ਥਾਂ ਇਸ ਚੌਪਈ ਦਾ ਉਹ ਹੈ। ਉੱਥੋਂ ਲੈ ਕੇ ਆਪਾਂ ਗੁਟਕਿਆਂ 'ਚ ਦਰਜ ਕੀਤੀ ਹੈ। ਕਈ ਮਨਮਤੀਆਂ ਨੇ ਥੋੜੀ ਜੀ ਕਰ ਲਈ, ਜਿਹੜੀ ਪਸੰਦ ਨਹੀਂ ਆਈ ਉਹ ਵਿੱਚੋਂ ਕੱਢ ਦਿੱਤੀ। ਇਹੋ ਜਿਹੀਆਂ ਮਨਮਤਾਂ ਵੀ ਕੀਤੀਆਂ। ਪੜ੍ਹਨ ਵਾਲੇ ਵਿਚਾਰੇ ਭੋਲੇ ਨੇ, ਉੱਥੇ ਥਾਂ ਹੀ ਪੜ੍ਹੀ ਜਾਂਦੇ ਹਨ। ਸੋ ਖਾਲਸਾ ਜੀ ਜਿੱਥੇ ਆਪ ਜੀ ਨੇ ਸਤ ਸੰਗਤ ਜੀ ਇਹ 405 ਚਰਿੱਤਰ ਲਿਖੇ, ਚਿੱਤਰ ਸਿੰਘ ਰਾਜਾ ਹੋਇਆ, ਉਹਦਾ ਲੜਕਾ ਸੀ ਹਨਵੰਤ ਸਿੰਘ। ਬੜਾ ਸੁੰਦਰ ਸਰੂਪ ਵਾਲਾ ਸੀ। ਉਹਦੀ ਸਤ ਸੰਗਤ ਜੀ ਮਤੇਰ ਮਾਂ ਰਾਣੀ, ਜਿਸ ਪ੍ਰਕਾਰ ਪੂਰਨ ਦੀ ਸਾਖੀ ਆ ਤੁਸੀਂ ਆਪਾਂ ਸਾਰੇ ਹੀ ਜਾਣਦੇ ਹਾਂ। ਲੂਣਾ ਦਾ ਸੰਬੰਧ ਹੋਇਆ, ਬੜਾ ਭਾਰੀ ਕਸ਼ਟ ਪੂਰਨ ਨੂੰ ਝੱਲਣਾ ਪਿਆ, ਜੋ ਗੋਰਖਨਾਥ ਦਾ ਚੇਲਾ ਬਣ ਕੇ ਸਤ ਸੰਗੀ ਕਰਨੀ ਵਾਲਾ ਹੋਇਆ। ਰਾਜ ਵੀ ਕੀਤਾ ਇਸ ਨੇ। ਰਾਜੇ ਸਲਮਾਨ ਦਾ ਪੁੱਤਰ ਸੀ।
ਇਸੇ ਤਰ੍ਹਾਂ ਸਾਧ ਸੰਗਤ ਜੀ ਹਨੂਮੰਤ ਸਿੰਘ ਨੇ ਆਪਣਾ ਸੱਤ ਰੱਖਿਆ। ਪਿਤਾ ਰਾਣੀ ਦੇ ਕਹੇ ਲੱਗ ਕੇ ਸਾਧ ਸੰਗਤ ਜੀ ਨੂੰ ਫਾਂਸੀ ਦੇ ਤਖਤ ਤੇ ਚੜ੍ਹਨ ਨੂੰ ਤਿਆਰ ਹੋ ਜਾਂਦਾ। ਵਜ਼ੀਰ ਬੜੇ ਸਿਆਣੇ ਸੀ, ਰੋਜ਼ ਦਰਬਾਰ ਵਿੱਚ ਇੱਕ ਚਰਿੱਤਰ ਸੁਣਾ ਦੇਣਾ ਤੇ ਲੜਕੇ ਨੂੰ ਬਚਾ ਲੈਣਾ। ਰਾਜਾ ਤੇਰਾ ਪੁੱਤਰ ਹੈ ਸੋਨੇ ਵਰਗਾ, ਦੇਖ ਰਾਣੀ ਦੇ ਕਹੇ ਲੱਗ ਕੇ ਕਿਤੇ ਇਹਨੂੰ ਮਾਰ ਨਾ ਦੇ। ਉਹਦਾ ਨਾਮ ਹਨੂਮੰਤ ਸਿੰਘ ਸੀ। ਸਾਧ ਸੰਗਤ ਜੀ ਜਿਉਂ ਜਿਉਂ ਰਾਜਾ ਰੋਜ਼ ਰਾਇ ਕਰ ਲੈਂਦਾ, ਰਾਣੀ ਸਿਖਾ ਦਿੰਦੀ ਕਿ ਆਪਦੇ ਪੁੱਤਰ ਨੂੰ ਫਾਂਸੀ ਦੇ ਚਾੜ ਦੇ। ਅਗਲੇ ਦਿਨ ਵਜ਼ੀਰ ਸਾਧ ਸੰਗਤ ਜੀ ਨੇਕ ਸੁਭਾਅ ਵਾਲੇ ਚਰਿੱਤਰ ਸੁਣਾ ਦਿੰਦੇ ਤੇ ਉਹਨੂੰ ਛੁਡਾ ਲੈਂਦੇ। ਉਹ ਚਰਿੱਤਰਾਂ ਦੀ ਸਾਧ ਸੰਗਤ ਜੀ ਜਿਹੜੀ ਪ੍ਰਣਾਲੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਧ ਸੰਗਤ ਜੀ ਗੁਰਬਾਣੀ ਚ ਅੰਕਿਤ ਕੀਤੀ ਕਿ ਖਾਲਸਾ ਸਾਵਧਾਨ ਰਹੇ। ਗ੍ਰਸਤ ਵਿੱਚ ਸਾਧ ਸੰਗਤ ਜੀ ਨਿਰਲੇਪ ਰਹਿਣਾ ਬੜਾ ਔਖਾ ਹੈ। ਵਾਹਿਗੁਰੂ ਕਿਰਪਾ ਕਰੇ, ਇਸੇ ਕਰਕੇ ਸਤਿਗੁਰਾਂ ਨੇ ਆਪਾਂ ਨੂੰ ਬਾਣੀ ਦਾ ਆਸਰਾ ਦਿੱਤਾ ਹੈ। ਅਖੀਰਲਾ ਚਰਿੱਤਰ ਸਾਧ ਸੰਗਤ ਜੀ ਜਿਹੜਾ ਹੈ 405ਵਾਂ, ਉਹਦੇ ਚ ਕਥਾ ਵਰਣਨ ਹੈ ਕਿ ਸਤਜੁਗ ਦੇ ਅੰਦਰ ਰਾਜਾ ਸਤਸੰਧ ਹੋਇਆ। ਸਤਸੰਧ ਰਾਜਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਜਿਸ ਵੇਲੇ ਜਿਹਦਾ ਸੱਚ ਨਾਮ ਮਲਾਪ ਸੀ, ਉਹ ਕਿਸੇ ਥੋੜੇ ਜਿਹੇ ਧਰਤੀ ਦੇ ਟੁਕੜੇ ਦਾ ਰਾਜਾ ਨਹੀਂ ਸੀ, 14 ਲੋਕਾਂ ਦਾ ਰਾਜਾ ਥਾਪਿਆ ਦੇਵਤਿਆਂ ਨੇ ਉਹਨਾਂ ਨੂੰ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਧ ਸੰਗਤ ਜੀ ਗੁਰਬਾਣੀ ਵਿੱਚ ਵਿਖਿਆਨ ਨੇ। ਕੋਈ ਕਿਸੇ ਗਿਆਨੀ ਧਿਆਨੀ ਦੀ ਚਤਰਾਈ ਦੀ ਬਾਤ ਨਾ ਸਮਝ ਲੈਣੀ। ਜਿਸ ਵੇਲੇ ਸਾਧ ਸੰਗਤ ਜੀ ਇਹ ਰਾਜ ਭਾਗ ਤੇ ਬੈਠਾ, ਦੀਰਘ ਦਾੜ ਨਾਮੇ ਇੱਕ ਰਾਖਸ਼ ਪ੍ਰਗਟ ਹੋ ਕੇ ਸਾਧ ਸੰਗਤ ਜੀ ਇਹਦੇ ਮੁਕਾਬਲੇ ਤੇ ਆਇਆ। 10,000 ਛੂਣੀ ਲੈ ਕੇ ਫੌਜ ਚੜਿਆ। 2,18,800 ਫੌਜ ਹੋਵੇ ਸਾਧ ਸੰਗਤ ਜੀ, ਰਥਾਂ ਵਾਲੀ ਤੇ ਹਾਥੀਆਂ ਵਾਲੀ ਤੇ ਘੋੜਿਆਂ ਵਾਲੀ ਤੇ ਪੈਦਲੇ ਸਾਰੀ ਰਲ ਕੇ। ਇੱਕ ਛੂਣੀ ਕਹਿੰਦੇ ਆ, ਕਹਿੰਦੇ 18 ਖੂਣੀਆਂ ਨਾਸ ਹੋ ਗਈਆਂ ਮਹਾਭਾਰਤ ਦੇ ਜੰਗ 'ਚ। ਇਹ ਸਾਧ ਸੰਗਤ ਜੀ 10,000 ਛੂਣੀ ਲੈ ਕੇ ਜਦੋਂ ਚੜਿਆ, ਇੱਧਰ ਦੇਵਤਿਆਂ ਦੇ ਸਮੇਤ ਸਾਧ ਸੰਗਤ ਜੀ ਸਤਸੰਗ ਰਾਜੇ ਨੇ 20,000 ਛੂਣੀ ਲੈ ਕੇ ਦਾ ਮੁਕਾਬਲਾ ਕੀਤਾ। ਬੜਾ ਭਿਆਨਕ ਜੰਗ ਹੋਇਆ ਹਜ਼ਾਰਾਂ ਸਾਲ। ਜਿਸ ਵੇਲੇ ਸਾਧ ਸੰਗਤ ਜੀ ਸੂਰਮੇ ਥਾਂ ਥਾਂ ਤੇ ਕੱਟ ਕੱਟ ਕੇ ਮਾਰੇ ਗਏ, ਦੀਰਘ ਦਾੜ ਰਾਖਸ਼ ਦੇ ਨਾਲ ਸਤਸੰਗ ਦਾ ਮੁਕਾਬਲਾ ਹੋਇਆ, ਸਾਹਮਣੇ ਆਏ। ਐਸੀਆਂ ਦੋਨਾਂ ਦੀਆਂ ਤਲਵਾਰਾਂ ਚੱਲੀਆਂ ਸਾਧ ਸੰਗਤ ਜੀ, ਦੋਨੋਂ ਸ਼ਹੀਦ ਹੋ ਗਏ। ਨਾਲੇ ਉੱਥੇ ਸਾਧ ਸੰਗਤ ਜੀ ਜੰਗ ਦੀ ਅਗਨੀ ਭੜਕੀ ਵਿੱਚੋਂ ਇੱਕ ਸ਼ਕਤੀ ਪੈਦਾ ਹੋਈ, ਉਹਦਾ ਨਾਮ ਸੀ ਦੂਲੋ ਦੇਈ, ਜਿਹੜੀ ਮਾਤਾ ਸਾਹਿਬ ਕੌਰ ਖਵਾਈ ਖਾਲਸੇ ਦੀ। ਸਾਧ ਸੰਗਤ ਜੀ ਪਿਛੋਕਾ ਆਪਾਂ ਨੂੰ ਵੀ ਦੇਖਣਾ ਚਾਹੀਏ ਵੀ ਅਸੀਂ ਕੌਣ ਹਾਂ। ਉਹ ਮਾਤਾ ਜੀ ਜਿਸ ਵੇਲੇ ਸਾਧ ਸੰਗਤ ਜੀ ਦੂਲੋ ਦੇ ਜੀ ਪ੍ਰਗਟ ਹੋਏ, ਜਨਮ ਧਾਰ ਕੇ ਹਿਰਕ ਦੀ ਬਾਸ਼ਨਾ ਆਪੋ ਆਪਣੀਆਂ। ਬੱਚਿਆਂ ਨੂੰ ਸਕੂਲ ਜਾ ਕੇ ਪੁੱਛ ਲਓ ਤੂੰ ਕੀ ਬਣੇਗਾ, ਕੋਈ ਕਹਿੰਦਾ ਮੈਂ ਡਾਕਟਰ ਬਣਨਾ, ਕੋਈ ਕਹਿੰਦਾ ਮੈਂ ਵਕੀਲ ਬਣੂ। ਮਾਂ ਬਾਪ ਤੋਂ ਤਾਂ ਨਹੀਂ ਪੁੱਛ ਕੇ ਆਏ ਹੋ, ਉਹਨਾਂ ਦੇ ਸੰਸਕਾਰ ਨੇ ਆਪੋ ਆਪਣੇ। ਇਸ ਸਾਧ ਸੰਗਤ ਜੀ ਦੂਲੋ ਦੇਈ ਲੜਕੀ ਨੇ ਮਨ ਵਿੱਚ ਭਾਵਨਾ ਧਾਰੀ, ਹੈ ਪਰਮੇਸ਼ਰ, ਤਪ ਕਰਨਾ ਸ਼ੁਰੂ ਕਰ ਦਿੱਤਾ। ਧਰਮ ਦੇ ਯੁੱਧ ਚੋਂ ਪ੍ਰਗਟ ਹੋਈ ਸੀ ਕਿ ਮੈਂ ਜੇ ਬਰਾਂਗੀ ਤਾਂ ਅਕਾਲ ਪੁਰਖ ਅੰਤਰਜਾਮੀ ਨੂੰ ਬਰਾਂਗੀ। ਜਿਸ ਵੇਲੇ ਸਾਧ ਸੰਗਤ ਜੀ ਲੱਗੀ ਤਪ ਕਰਨ, ਅਕਾਲ ਪੁਰਖ ਅੰਤਰਜਾਮੀ ਪ੍ਰਸੰਨ ਹੋ ਕੇ ਕਹਿਣ ਲੱਗੇ ਕਿ ਜੇ ਤੂੰ ਸਾਨੂੰ ਵਰਨਾ ਚਾਹੁੰਦੀ ਹੈ ਤਾਂ ਇਸ ਵੇਲੇ ਸਵਾਸ ਬੀਰਜ ਦੈਂਤ ਹੈ, ਜਿੰਨੇ ਸਵਾਸ ਲੈਂਦਾ ਉਨੇ ਰਾਖਸ਼ ਪੈਦਾ ਹੋ ਜਾਂਦੇ ਨੇ। ਉਹਨੂੰ ਜਿੱਤ ਲੈ, ਫਤਿਹ ਕਰਦੇ, ਦੇਵਤਿਆਂ ਨੂੰ ਸੁੱਖ ਦੇ ਤੇ ਫਿਰ ਤੈਨੂੰ ਵਰਾਂਗੇ। ਬੜਾ ਭਿਆਨਕ ਜੰਗ ਸਾਧ ਸੰਗਤ ਜੀ ਇਸਨੇ ਸ਼ਸਤਰ ਚੱਕ ਕੇ ਜਿਵੇਂ ਕੀਤਾ ਹੈ। ਉਹ ਥੋੜਾ ਜਿਹਾ ਪ੍ਰਸੰਗ ਆ ਰਿਹਾ ਹੈ ਅੱਗੇ। ਜਿਵੇਂ ਸਾਧ ਸੰਗਤ ਜੀ ਇਹਨੇ ਵਾਹਿਗੁਰੂ ਦੀ ਭਗਤੀ ਕਰਨੀ ਹੈ, ਮਹਾਰਾਜ ਮੇਰੇ ਤੋਂ ਜਿੱਤੇ ਨਹੀਂ ਜਾਂਦੇ, ਆਓ ਮੇਰੀ ਰੱਖਿਆ ਕਰੋ। ਜਿੱਥੇ ਮੈਨੂੰ ਹੁਕਮ ਦੇ ਦਿੱਤਾ ਇਹਨਾਂ ਨੂੰ ਮਾਰਨ ਦਾ, ਸਹਾਰਾ ਵੀ ਤੁਸੀਂ, ਬਲ ਵੀ ਤੁਸੀਂ ਹੋਈ ਬਖਸ਼ਣਾ ਹੈ। ਜਿੱਥੇ ਆਪਾਂ ਨੂੰ ਸਾਧ ਸੰਗਤ ਜੀ ਹੁਕਮ ਹੈ ਗੁਰੂ ਸਾਹਿਬ ਦਾ, ਸੇਵਾ 'ਚ ਜੁਟ ਜਾਓ। ਸੇਵਾ 'ਚ ਜੁਟੇ ਜੇ ਕਿਤੇ ਢਿੱਲੇ ਮੱਠੇ ਹੋ ਜੀ, ਉਦੋਂ ਗੁਰੂ ਸਾਹਿਬ ਦੀ ਓਟ ਰੱਖਦੇ ਮਹਾਰਾਜ, ਬਲ ਵੀ ਤੁਸੀਂ ਹੋਈ ਦਿਓ। ਐਸਾ ਸਾਧ ਸੰਗਤ ਜੀ ਚਰਿੱਤਰ ਹੈ। ਫਿਰ ਸਾਧ ਸੰਗਤ ਜੀ ਵਾਹਿਗੁਰੂ ਨੇ ਇਹਦੀ ਰੱਖਿਆ ਵਾਸਤੇ ਆਪ ਮਹਾਂਕਾਲ ਦਾ ਰੂਪ ਧਾਰ ਕੇ ਜਿਸ ਪ੍ਰਕਾਰ ਜੰਗ ਕੀਤਾ ਹੈ। ਔਰ ਅਖੀਰ ਤੇ ਸਾਧ ਸੰਗਤ ਜੀ ਬੇਨਤੀ ਚੌਪਈ ਉਚਾਰਨ ਕੀਤੀ ਹੈ, ਉਹਦੇ 'ਚ ਵਰਣਨ ਆਉਂਦਾ ਹੈ। ਇਹ ਆਪ ਸਾਧ ਸੰਗਤ ਜੀ ਬਿਰਤੀਆਂ ਨੂੰ ਕਾਗਰ ਕਰੋ। ਆਪਾਂ ਇਹ 10ਵੇਂ ਪਾਤਸ਼ਾਹ ਦੀ ਅੰਮ੍ਰਿਤਮਈ ਬਾਣੀ ਦੀ
ਅੱਜ ਕਥਾ ਵਿਚਾਰੀਏ ਜੋ ਆਪ ਜੀ ਨੇ ਅੱਜ ਦੇ ਦਿਨ ਸੱਚੇ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ। 300 ਸਾਲ ਸੰਪੂਰਨ ਹੋ ਚੁੱਕਿਆ ਅੱਜ। दोहरा जहाँ सतर को परहुतो। ਇਹ ਸੱਚ ਨਹੀਂ ਜਿਸ ਵੇਲੇ ਦੂਲੋ ਦੇਈ ਨੂੰ ਆਗਿਆ ਹੋਈ ਕਿ ਸਵਾਸ ਵੀਰ ਜੀ ਨੂੰ ਤੂੰ ਮਾਰ ਜਾ ਕੇ, ਇਹਨੇ ਦੇਵਤਿਆਂ ਨੂੰ ਨਾਲ ਲੈ ਕੇ ਸਤ ਸੰਗਤ ਜੀ ਆਪ ਮੁਖੀ ਬਣ ਕੇ ਲੈ ਕੇ ਤਲਵਾਰ ਖੜਕਵੀਂ ਚੜੀ ਸਤ ਸੰਗਤ ਜੀ ਸਵਾਸ ਦੀਰਘ ਦੈਂਤ ਦੇ ਉੱਤੇ, तित कह क्या प्यान। ਜਿੱਥੇ ਉਹ ਰਾਖਸ਼ ਦਾ ਕਿਲਾ ਸੀ ਜਾਣਾ ਕੀਤਾ। भिक्त असर को भेड़ घाड़। ਨਾ ਕੱਟਿਆ ਜਾਣ ਵਾਲਾ ਜਿਹੜਾ ਸਵਾਸ ਦੀਰਘ ਦੈਂਤ ਸੀ ਸਤ ਸੰਗਤ ਜੀ ਉਹਦਾ ਜਿਹੜਾ ਕਿਲਾ ਸੀ ਬਲ ਲਿਆ। दैन दिस दियो निशान। ਚਾਰ ਛਪੇਰੇ ਧੌਂਸੇ ਹੀ ਧੌਂਸੇ ਬੋਲਦੇ ਨੇ ਸਤ ਸੰਗਤ ਜੀ ਦੂਲੋ ਦੇਈ ਦੇ। पई दंदाब सुना सर मन में जब ही। ਜਦੋਂ ਧੌਂਸਿਆਂ ਦੀਆਂ ਆਵਾਜ਼ਾਂ ਸੁਣੀਆਂ ਇਸ ਰਾਖਸ਼ ਨੇ ਦੀਰਘ ਸਵਾਸ ਦੀਰਘ ਨੇ जागा असर कोप कर तब ही। ਗੁੱਸਾ ਧਾਰ ਕੇ ਆਪਦੇ ਕਿਲੇ ਚੋਂ ਜਾਗਿਆ ਇਹ। ऐसा कवन जो हम पर आयो। ਕਹਿੰਦਾ ਐਸਾ ਕੌਣ ਆ ਜਿਹੜਾ ਮੇਰੇ ਤੇ ਚੜ ਕੇ ਆਇਆ ਹੈ? रक्त बिंद में रणे हरायो। ਮੈਂ ਰਕਤ ਬਿੰਦ ਵਰਗੇ ਰਾਖਸ਼ ਵੀ ਆਪਣੇ ਜਿਹੜੇ ਮੇਰੇ ਸ਼ਰੀਕ ਸੀ ਉਹ ਮਾਰ ਦਿੱਤੇ ਜੰਗ ਵਿੱਚ। इंद्र चंद्र सूरज हम जीता। ਇੰਦਰ ਦੇਵਤਾ ਸਵਰਗ ਦਾ ਸੂਰਜ ਬੜਾ ਪ੍ਰਤਾਪੀ ਹੈ, ਚੰਦਰਮਾ ਇਹਨਾਂ ਨੂੰ ਮੈਂ ਜਿੱਤ ਚੁੱਕਿਆ। रावण जिता हरि जन सीता। ਰਾਵਣ ਨੂੰ ਗਰਦਨੋਂ ਫੜ ਕੇ ਥੱਲੇ ਸਿੱਟ ਲਿਆ ਸੀ ਮੈਂ, ਜਿਹਨੇ ਸੀਤਾ ਖਿੱਚ ਲਿਆਂਦੀ ਰਾਮਚੰਦਰ ਦੀ। एक दिवस मौसम शिवर लड़ा। ਇੱਕ ਦਿਨ ਕਹਿੰਦਾ ਮੇਰੇ ਨਾਲ ਸ਼ਿਵ ਜੀ ਵੀ ਲੜਿਆ, ताए भजायो मैंने टरा। ਮੈਂ ਟਲਿਆ ਨਹੀਂ, ਮੈਂ ਉਸ ਨੂੰ ਭਜਾ ਕੇ ਛੱਡਿਆ। शास्त्र साज दानव रण आवा। ਸੱਚ ਇਹ ਸੱਚ ਸਮਝੀ ਹੰਕਾਰ ਦੇ ਨਾਲ ਆਪਣੀ ਪਿਛਲੀਆਂ ਜਿੱਤਾਂ ਦੀ ਖੁਸ਼ੀ ਮਨਾਉਂਦਾ ਹੋਇਆ ਕਿਲੇ ਦੇ ਵਿੱਚੋਂ ਨਿਕਲਿਆ ਸ਼ਸਤਰ ਲੈ ਕੇ। अमित कोप कर शंख बजावा। ਬੜਾ ਗੁੱਸਾ ਧਾਰ ਕੇ ਜੰਗ ਦੀ ਸੱਚ ਦੀ ਤਿਆਰੀ ਲਈ ਸ਼ੰਖ ਵਜਾਇਆ ਇਸਨੇ। कांपी भूप गगन कहराना। ਸਾਰੀ ਧਰਤੀ ਸੱਚ ਸਮਝੀ ਕੰਬ ਗਈ, ਅੜਾਟ ਪੈਣ ਲੱਗ ਗਿਆ ਆਕਾਸ਼ ਵਿੱਚ। तल बीरज कहे और रसन। ਸਾਰੇ ਸੂਰਮੇ ਸੱਚ ਸੰਗਤ ਜੀ ਵੀਰ ਰਸ ਦੇ ਸਾਥ ਗੁੱਸੇ ਹੋਏ। हित दस दूलो देई कुमारी। ਕੁਵਾਰ ਅਵਸਥਾ ਵਾਲੀ ਇੱਕ ਪਾਸੇ ਦੂਲੋ ਦੇਈ ਹੈ, शास्त्र साज रथ करी सवारी। ਇਹਨੇ ਵੀ ਸ਼ਸਤਰ ਸਜਾਏ ਹੋਏ ਨੇ, ਰਸਤੇ ਸਵਾਰ ਹੈ ਦੂਲੋ ਦੇਈ। शास्त्र कर प्रणाम तह काला। ਖਾਲਸਾ ਜੀ ਆਖੋ ਵਾਹਿਗੁਰੂ। ਐਵੇਂ ਨਹੀਂ ਮਹਾਰਾਜ ਨੇ ਕਿਹਾ ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਯੰ ਨਮਸਕਾਰ ਤੇਯੰ। ਦੂਲੋ ਦੇਈ ਨੇ ਸਤ ਸੰਗ ਜੀ ਨਮਸਕਾਰ ਕੀਤੀ ਸ਼ਸਤਰਾਂ ਨੂੰ। अमित असुर उपजे थे जहां। ਜਿੱਥੇ ਅਣਗਿਣਤੀ ਦੈਂਤ ਪ੍ਰਗਟ ਹੋਏ ਨਿਕਲੇ ਕਿਲੇ ਚੋਂ। प्राप्त भयो काल चलत हाँ। ਉਸ ਸਮਾਂ ਤੇ ਬਾਹਰ ਮੈਦਾਨ ਵਿੱਚ ਆਉਂਦੇ ਪਏ चहु करण कर शस्त्र पर हारे। ਚੌਹਾਂ ਸਤ ਸੰਗਤ ਜੀ ਹੱਥਾਂ ਦੇ ਵਿੱਚ ਸ਼ਸਤਰ ਹਨ। दैत अनेक मार ही डारे। हाँ जी समाप्त। ਜਿਸ ਵੇਲੇ ਸਤ ਸੰਗਤ ਜੀ ਇੱਥੋਂ ਚੱਲਣਾ ਸੀ। ਜਿਸ ਵੇਲੇ ਸਤ ਸੰਗਤ ਜੀ ਇਹ ਨਾ ਜਿੱਤੇ ਗਏ, ਉਸ ਵੇਲੇ ਇਸ ਦਾ ਕੋਈ ਚਾਰਾ ਨਾ ਚੱਲਿਆ। ਇਸ ਨੇ ਵਾਹਿਗੁਰੂ ਦੀ ਓਟ ਤੱਕੀ ਸਤ ਸੰਗਤ ਜੀ ਕਿ ਤੁਸੀਂ ਉਹ ਹੁਕਮ ਕੀਤਾ ਹੈ ਕਿ ਇਹਨਾਂ ਨੂੰ ਜਿੱਤਾਂ ਮੈਂ, ਫਿਰ ਮੈਨੂੰ ਬਰੋਂਗੇ। ਮੇਰੀ ਬੇਵਾਹ ਮੇਰੇ ਤੋਂ ਜਿੱਤੇ ਨਹੀਂ ਜਾਂਦੇ। ਉਸ ਵੇਲੇ ਚਿਤਵੇ ਸਤ ਸੰਗਤ ਜੀ ਇਸ ਨੇ ਵਾਹਿਗੁਰੂ ਦਾ ਧਿਆਨ ਧਾਰਿਆ ਔਰ ਭਗਵਾਨ ਨੇ ਪਰਮੇਸ਼ਰ ਨੇ ਦਰਸ਼ਨ ਦਿੱਤੇ। चितमो क्या काल का ध्यान। ਜਦੋਂ ਮਹਾਂਕਾਲ ਦਾ ਧਿਆਨ ਧਾਰਿਆ ਇਸ ਦੂਲੋ ਦੇਈ ਨੇ, दर्शन दिया आन भगवान। ਖਟ ਭਗਤ ਪੁੰਨ ਪਰਮੇਸ਼ਰ ਅਕਾਲ ਪੁਰਖ ਅੰਤਰਜਾਮੀ ਨੇ ਦਰਸ਼ਨ ਦਿੱਤਾ ਇਸ ਨੂੰ। कर प्रणाम चरणन उठ परी। ਛੇਤੀ ਦੇਣ ਉੱਠ ਕੇ ਦੂਲੋ ਦੇਈ ਸਤ ਸੰਗਤ ਜੀ ਵਾਹਿਗੁਰੂ ਦੇ ਚਰਨਾਂ ਤੇ ਡਿੱਗ ਪਈ ਮਹਾਂਕਾਲ ਦੇ। बिनती भांत अनक तन करी। ਅਨੇਕਾਂ ਤਰ੍ਹਾਂ ਦੀਆਂ ਲੱਗੀ ਬੇਨਤੀਆਂ ਕਰਨ। सत काल में दास तिहारी। ਹੇ ਸਤ ਸਰੂਪ ਅਕਾਲ ਪੁਰਖ ਅੰਤਰਜਾਮੀ ਮੈਂ ਤੇਰੀ ਦਾਸੀ ਹਾਂ। ਸੋ ਖਾਲਸਾ ਜੀ ਇਹ ਮਾਤਾ ਸਾਹਿਬ ਦੇ ਦਾ ਪ੍ਰਸੰਗ ਸਮਝਣਾ। ਮਾਤਾ ਦੂਲੋ ਦੇਈ ਪਹਿਲੇ ਜਨਮ ਵਿੱਚ ਇਹਦਾ ਨਾਮ ਸੀ। ਰਾਜੇ ਸਤਸੰਧ ਦੇ ਜੰਗ ਦੇ ਵਿੱਚੋਂ ਸਤ ਸੰਗਤ ਜੀ ਲਾਟ ਵਿੱਚੋਂ ਪ੍ਰਗਟ ਹੋਈ। ਕਹਿਣ ਲੱਗੀ ਹੇ ਵਾਹਿਗੁਰੂ ਤੂੰ ਮੈਨੂੰ ਹੁਕਮ ਦਿੱਤਾ, ਮੈਂ ਇੱਛਾ ਕੀਤੀ ਹੈ ਕਿ ਬਰਾਂਗੀ ਤੈਨੂੰ। ਤੈਂ ਮੈਨੂੰ ਹੁਕਮ ਦਿੱਤਾ ਕਿ ਸਵਾਸ ਦੀਰਘ ਦੈਂਤ ਨੂੰ ਜਿੱਤ ਲੈ ਫੇਰ ਬਣੂੰਗਾ, ਪਰ ਮੇਰੇ ਕੋਲੋਂ ਜਿੱਤਿਆ ਨਹੀਂ ਜਾਂਦਾ। ਤੁਹਾਡੇ ਚਰਨਾਂ ਦੀ ਓਟ ਹੈ।
ਮੈਂ ਤੇਰੀ ਚਰਨੀ ਸ਼ਰਨ ਪਈ ਹਾਂ। ਆਪਣੀ ਜਾਣ ਕਰੋ ਪ੍ਰਤਪਾਰੀ। ਮੈਨੂੰ ਆਪਣੀ ਦਾਸੀ ਜਾਣ ਕੇ ਮੇਰੀ ਪਾਲਣਾ ਕਰੋ। ਗੁਣ ਅਵਗੁਣ ਮੁਰ ਕਛ ਨਾ ਨਿਹਾਰੋ। ਮੇਰਾ ਗੁਣ ਔਗਣ ਨਾ ਦੇਖੋ ਜੀ। ਬਾਹ ਗਏ ਕੀ ਲਾਜ ਵਿਚਾਰੋ। ਮੈਂ ਤੁਹਾਡੀ ਸ਼ਰਨ ਪਈ ਆ, ਮੇਰੀ ਬਾਹ ਪਕੜੋ, ਲਾਜ ਰੱਖੋ। ਹਮ ਹੈ ਸਰਨ ਤੋਰ ਮਹਾਰਾਜਾ। हे ਮਹਾਰਾਜ ਕਲਪੁਰਖ ਅੰਤਰਜਾਮੀ, ਮੈਂ ਤੇਰੀ ਸ਼ਰਨ ਹਾਂ। ਤੁਮ ਕਹਿ ਬਾਹੇ ਗਏ ਕੀ ਲਾਜਾ। ਤੁਹਾਨੂੰ ਬਾਹ ਪਕੜਦੇ ਹੋ ਤੁਸੀਂ ਭਗਤਾਂ ਦੀ, ਸਾਰਿਆਂ ਸੇਵਕਾਂ ਦੀ ਤੁਹਾਨੂੰ ਲਾਜ ਹੈ। ਜੋ ਤਬ ਭਗਤ ਨੈਕ ਦੁਖ ਜੇ ਪਹਿ। ਤੁਹਾਡੇ ਭਗਤ ਥੋੜਾ ਜਿਹਾ ਵੀ ਦੁੱਖ ਪਾਉਣ, ਦੀਨ ਦਿਆਲ ਪਰ ਬਿਰਦ ਲਜੇ ਹੈ। ਤੁਹਾਡਾ ਜਿਹੜਾ ਬਿਰਦ ਹੈ ਨਾ, ਪਰਨ ਦੀਨ ਦਿਆਲ, ਦੀਨਾ ਗਰੀਬਾਂ ਦੀ ਰੱਖਿਆ ਕਰਨੀ, ਦੀਨਾ ਤੇ ਦਿਆਲ ਹੋਣਾ, ਇਹ ਤੁਹਾਨੂੰ ਲੱਜਿਆ ਆ ਜਾਂਦੀ ਹੈ ਕਿ ਅਸੀਂ ਰੱਖਿਆ ਕਰੀਏ। ਔ ਕਹਿ ਲਗ ਮੈਂ ਕਰੂੰ ਪੁਕਾਰਾ। ਮੈਂ ਕਿੱਥੇ ਤੱਕ ਮੈਂ ਤੁਹਾਡੇ ਚਰਨਾਂ ਦੀ ਦਾਸੀ ਬੇਨਤੀਆਂ ਕਰਾਂ। ਤੈਂ ਕਟ ਕਟ ਕੀ ਜਾਣਨ ਹਾਰਾ। ਤੁਸੀਂ ਤਾਂ ਸਾਰਿਆਂ ਦੇ ਘਟਾਂ ਘਟਾਂ ਦਿਲਾਂ ਦਿਲਾਂ ਦੀਆਂ ਜਾਣਨ ਵਾਲੇ ਹੋ। ਕਈ ਏਕ ਕਰ ਸਹਿਸ ਪਹਿਚਾਨ ਪਛਨਿਓ। ਇੱਕ ਮੇਰੀ ਬੇਨਤੀ ਕਹੀ, ਮੇਰੀ 1000 ਮੇਰੀ ਮੰਨਿਓ ਮਹਾਰਾਜ। ਆਪ ਆਪਣੇ ਬਿਰਦੇ ਜਨਿਓ। ਆਪਣਾ ਮਾਰਾ ਬਿਰਦ ਪਰਨ ਸੰਭਾਲ ਲੋ, ਮੇਰੀ ਦਾਸੀ ਦੀ ਰੱਖਿਆ ਕਰੋ। ਹੜ ਹੜ ਸੁਣਤ ਕਾਲ ਬਚ ਹੱਸਾ। ਟਾਟਾ ਕਰਕੇ ਸਤਸੰਗ ਜੀ ਮਹਾਕਾਲ ਉਸ ਵੇਲੇ ਹੱਸਿਆ। ਮਹਾਕਾਲ ਕੌਣ? ਸਤਸੰਗ ਜੀ ਵਿਅਕਤੀ ਹੈ। ਵਾਹਿਗੁਰੂ ਜਿਸ ਵੇਲੇ ਰਾਖਸ਼ਾਂ ਨੂੰ ਨਾਸ਼ ਕਰਨ ਵਾਸਤੇ ਭਿਆਨਕ ਰੂਪ ਧਾਰਦਾ, ਉਹਦਾ ਨਾਮ ਮਹਾਕਾਲ ਪੈ ਜਾਂਦਾ। ਮਹਾਕਾਲ ਸਤਸੰਗ ਜੀ ਸ਼ਿਵ ਜੀ ਨੂੰ ਵੀ ਕਈਆਂ ਨੇ ਮੰਨਿਆ ਹੈ, ਸਾਰੀ ਸੇਠੀ ਦੀ ਪਾਲਣਾ ਕਰਦਾ ਹੈ। ਲੇਕਿਨ ਗੁਰੂ ਘਰ ਵਿੱਚ ਸਤਸੰਗਤ ਜੀ ਮਹਾਕਾਲ ਵੀਰ ਰਸ ਧਾਰ ਕੇ, ਵਾਹਿਗੁਰੂ ਜਦੋਂ ਸਤਸੰਗਤ ਜੀ ਸ਼ਸਤਰ ਧਾਰੀ ਹੋ ਕਰਕੇ ਰਾਖਸ਼ ਲੋਕਾਂ ਨੂੰ ਸਤਸੰਗਤ ਜੀ ਨਾਸ਼ ਕਰਦਾ ਹੈ, ਉਦੋਂ ਉਸ ਨੂੰ ਕਾਲ ਨ ਕੋ ਕਾਲ, ਮਹਾਕਾਲ ਨ ਕੋ ਕਾਲ ਹੈ। ਕਾਲ ਦਾ ਵੀ ਸਤਸੰਗ ਜੀ ਮਹਾਕਾਲ ਰੂਪ ਹੈ। ਠਾਠਾ ਕਰਕੇ ਹੱਸਣਾ ਕੀਤਾ। ਭਗਤ ਹੇਠ ਕਟ ਸੋ ਅਸ ਕਸਾ। ਉਹ ਆਪਣੀ ਭਗਤਨੀ ਦੀ, ਆਪਣੀ ਸੇਵਕਣੀ ਦੀ, ਦੂਲੋ ਦੇ ਜੀ ਰੱਖਿਆ ਕਰਨ ਵਾਸਤੇ ਕਮਰ ਕਸੇ ਕਿਰਪਾਨ ਸੀ। ਚਿੰਤ ਨ ਕਰ ਮੈਂ ਅਸੁਰ ਸੰਘਾਰੋ। ਕੀ ਕਿਹਾ ਹੈ ਦੂਲੋ ਦੇ, ਚਿੰਤਾ ਨਾ ਕਰ ਮੈਂ ਰਾਖਸ਼ਾਂ ਨੂੰ ਮਾਰਾਂਗਾ। ਸਕਲ ਸੌਕ ਭਗਤਨ ਕੋ ਹਰ ਹੋ। ਮੈਂ ਸਾਰੇ ਸੋਗ ਨੇ ਜਿਹੜੇ ਨਾ ਭਗਤਾਂ ਦੇ ਨਾਸ਼ ਕਰ ਦਿੰਦਾ ਹਾਂ, ਖੁਸ਼ ਕਰਦਾ ਹਾਂ। ਅਮਿਤ ਉਸਰ ਉਪਜੇ ਥੇ ਜਹਾਂ। ਜਿੱਥੇ ਸਤਸੰਗ ਜੀ ਬਿਰੰਤੀ ਰਾਖਸ਼ ਪੈਦਾ ਹੋਏ ਸੀ, ਪ੍ਰਾਪਤ ਭਇਓ ਕਾਲ ਚਲਤ ਹਾਂ। ਉੱਥੇ ਜਾ ਕੇ ਸਤਸੰਗਤ ਜੀ ਮਹਾਕਾਲ ਨੇ ਤਲਵਾਰ ਕੱਢ ਲਈ, ਇਹਦੀ ਰੱਖਿਆ ਕਰਨ ਲੱਗਾ। ਉਸ ਵੇਲੇ ਇੱਥੋਂ ਚੱਲੇ ਏਕੇ ਪੁਰ ਪ੍ਰਿਥਵੀ ਰਹਿ ਗਈ। ਖਾਲਸਾ ਜੀ ਇੰਨਾ ਭਿਆਨਕ ਜੰਗ ਹੋਇਆ। ਇਹ 12-14 ਪੱਤਰੇ ਕਥਾ ਦੇ ਨੇ, ਮੈਂ ਸੰਖੇਪ ਨਾਲ ਦਾਸ ਸੁਣਾ ਰਿਹਾ ਹੈ, ਕਿਉਂ ਇਹ ਤਾਂ ਕਈ ਦਿਨ ਦੀ ਕਥਾ ਖਾਲਸਾ ਜੀ। ਸੋ ਇਤਨਾ ਜੰਗ ਹੋਇਆ ਖਾਲਸਾ ਜੀ, ਦੂਲੋ ਦੇ ਜੀ ਰੱਖਿਆ ਕੀਤੀ ਮਹਾਕਾਲ ਕਲਪੁਰਖ ਅੰਤਰਜਾਮੀ ਨੇ। ਆਪ ਸਾਰਿਆਂ ਨੇ ਸੁਣਿਆ ਕਿ 7 ਪਤਾਲ 7 ਆਕਾਸ਼ ਨਾਲ ਇੱਕ ਤਬਕ ਦੇ ਨੇ ਬ੍ਰਹਮੰਡ ਦੇ ਅੰਦਰ। ਜੇ ਅੰਡ ਤੇ ਬ੍ਰਹਮੰਡ ਕੀਨੇ 114 ਖੰਡ। ਵਾਹਿਗੁਰੂ ਦੇ ਸਤਸੰਗ ਜੀ ਰੋਮ ਰੋਮ ਚ ਕਰੋੜਾਂ ਬ੍ਰਹਮੰਡ ਰੱਖੇ ਹੋਏ ਨੇ। ਇਹ ਗੁਰਬਾਣੀ ਦੀ ਗਵਾਹੀ ਹੈ। ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ, ਮਾਨਸ ਉਤਾਰ ਧਾਰ ਦਰਸ ਦਿਖਾਏ ਹੈ। ਜਿਸ ਵਾਹਿਗੁਰੂ ਦੇ ਰੋਮ ਰੋਮ ਚ ਕਰੋੜਾਂ ਬ੍ਰਹਮੰਡ ਰੱਖੇ ਹੋਏ ਨੇ। ਬੇਅੰਤ ਪ੍ਰਸੰਗ ਆਉਂਦੇ ਨੇ ਸਤਸੰਗਤ ਜੀ। ਆ ਮੁਹੰਮਦ ਵਰਗੇ ਇੱਕ ਇੱਕ ਬ੍ਰਹਮੰਡ ਵਿੱਚੋਂ ਇੱਕ ਇੱਕ ਦਿਖਾ ਦਿੱਤਾ ਸੀ, ਆਂਡੇ ਚੋਂ ਕੱਢ ਕੱਢ ਕੇ। ਊਠਾਂ ਦੀ ਲਾਈਨ ਨਹੀਂ ਸੀ ਗਿਣੀ ਜਾਂਦੀ, ਊਠਿਆਂ ਦੇ ਤੇ ਬਕਸੇ ਸੀ, ਉਹਨਾਂ ਚ ਆਂਡੇ ਲੱਦੇ ਸੀ, ਆਂਡਿਆਂ ਦੀ ਗਿਣਤੀ ਕੋਈ ਨਹੀਂ ਸੀ। ਫਿਰ ਮੁਹੰਮਦ ਦਾ ਹੰਕਾਰ ਢਾੜਾ ਪਿਆ ਸੀ, ਉਹਦੇ ਭਾਵੇਂ ਸੀ ਮੈਂ ਹੀ ਪੀਰ ਉੱਠਿਆ ਵੱਡਾ ਪਕੰਬਰ। ਇੱਕ ਇੱਕ ਆਂਡੇ ਚੋਂ ਇੱਕ ਇੱਕ ਮੁਹੰਮਦ ਨਿਕਲਦਾ ਦੇਖਿਆ, ਜਦੇ ਢਾੜਾ ਜਿਹਾ ਪੈ ਗਿਆ। ਇਸ ਕਰਕੇ ਸਤਸੰਗ ਜੀ ਇਹ ਜਿਹੜੇ ਧਰਮਾਂ ਵਾਲੇ ਨੇ, ਇਹ 7 ਪਤਾਲ ਆਕਾਸ਼ ਹੀ ਮੰਨਦੇ ਨੇ। ਐਵੇਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਚਰਚਾ ਹੋਈ ਦਸਤਗੀਰ ਵਰਗੇ ਪੀਰਾਂ ਦੀ। ਸੋ ਸਤਸੰਗ ਜੀ 7 ਹੀ ਪਤਾਲ ਨੇ, ਅਤਲ ਬਿਤਲ 7 ਲਾਦਕ ਥੱਲੇ ਤੱਕ, ਗੋ ਭੂਰ ਭੋ ਜਨ ਆਦਿਕ 7 ਤਪ, ਇਹ 7 ਸਤਸੰਗ ਜੀ ਤੁਹਾਨੂੰ ਆਕਾਸ਼ ਨੇ। ਇੱਥੇ ਉਪਮਾ ਦਿੱਤੀ ਹੈ, ਮਹਾਕਾਲ ਨੇ ਇੰਨਾ ਜੰਗ ਕੀਤਾ ਹੈ ਸਤਸੰਗਤ ਜੀ ਘੋੜਿਆਂ ਦੇ ਪੌੜਾਂ ਨਾਲ, ਫੌਜ ਦੇ ਸੂਰਮਿਆਂ ਦੇ ਸਤਸੰਗ ਜੀ ਪੈਰਾਂ ਨਾਲ। ਧਰਤੀ ਉੱਡ ਉੱਡ ਕੇ ਸਤਸੰਗ ਜੀ 6 ਪਤਾਲ ਸੀ ਨਾ ਜਿਹੜੇ, ਤਾਂ ਆਕਾਸ਼ ਨੂੰ ਉੱਡ ਗਏ। ਉੱਤੇ 13 ਆਕਾਸ਼ ਬਣ ਗਏ,
ਥੱਲੇ ਇੱਕ ਪਤਾਲ ਹੀ ਰਹਿ ਗਿਆ, ਇੱਕ ਪੜਦਾ ਹੀ ਧਰਤੀ ਦਾ ਰਹਿ ਗਿਆ, ਇੰਨਾ ਜੰਗ ਹੋਇਆ। ਖਟਪਟ ਹਈਨ ਪਗੜ ਉੱਡ ਗਈ। ਘੋੜਿਆਂ ਦੇ ਪੌੜਾਂ ਦੇ ਨਾਲ 6 ਤਹਾਂ ਧਰਤੀ ਦੀਆਂ ਉੱਡ ਗਈਆਂ, ਤਹਾਂ ਨੂੰ ਧੂੜ ਬਣ ਕੇ। ਜਨਬਦ ਏਕੇ ਰਚਾ ਪਿਆਰਾ। ਮਾਨੋ ਪਰਮੇਸ਼ਰ ਨੇ ਇੱਕ ਪਤਾਲ ਕੱਲਾ ਹੀ ਰਚਿਆ ਹੈ, 7 ਰਹੇ ਹੀ ਨਹੀਂ ਹਨ। ਗਗਨ ਰਚੇ 10 ਤੀਨ ਸੁਧਾਰਾ। 10 ਤੇ 3 13 ਆਕਾਸ਼ ਰਚ ਦਿੱਤੇ ਹਨ। ਮਹਾਦੇਵ ਆਸਨ ਤੇ ਟਰਾਂ। ਮਹਾਦੇਵ ਜਿਹੜਾ ਖਵਾਉਂਦਾ ਸਤਸੰਗ, ਸਭ ਤੋਂ ਵੱਡਾ ਸ਼ਿਵ ਜੀ ਨੂੰ ਦੁਨੀਆ ਪੂਜਦੀ ਫਿਰਦੀ, ਇਹ ਤਾਂ ਆਪਦੇ ਆਸਣ ਤੋਂ ਟਲ ਗਿਆ। ਬ੍ਰਹਮਾ ਤਰਸਤ ਬੂਟ ਮੈਂ ਦਰਾ। ਬ੍ਰਹਮਾ ਵਿਚਾਰਾ ਰਾਜ ਸੇਠੀ ਨੂੰ ਰਚਣ ਵਾਲਾ ਡਰਦਾ ਬੂਟਿਆਂ 'ਚ ਜਾ ਲੁਕਿਆ ਜੰਗਲ ਦੇ ਵਿੱਚ। ਨਿਰਖ ਬਿਸ਼ਨ ਰਨ ਅਦਕ ਡਰਾਨਾ। ਆ ਵਿਸ਼ਨੂੰ ਜੰਗ ਦੇਖ ਕੇ ਮਹਾਕਾਲ ਦਾ ਬੜਾ ਡਰ ਗਿਆ। ਦੁਰਾ ਸਿੰਧ ਕੇ ਵੀ ਚਲ ਜਾਨ। ਇਹ ਸਤਸੰਗ ਜੀ ਸਮੁੰਦਰ, ਸ਼ੀਰ ਸਮੁੰਦਰ 'ਚ ਜਾ ਲੁਕਿਆ। ਕੜਾ ਕੜੀ ਮਾਚਾ ਕਮਸਨ। ਕੜ ਕੜ ਕਰਕੇ ਤਲਵਾਰਾਂ ਜਦੋਂ ਇੱਕ ਦੂਜੇ ਤੇ ਵੱਜਦੀਆਂ ਨੇ, ਘਮਸਾਣ ਦਾ ਜੰਗ ਹੋਇਆ। ਨਿਰਖਤ ਦੇਵ ਦੈਤ ਜਾਨਾ ਨਾ। ਨਾਨਾ ਤਰ੍ਹਾਂ ਦੀਆਂ ਸਤਸੰਗੀ ਦੇਵਤਿਆਂ ਦੀਆਂ ਲੜਕੀਆਂ, ਦੈਂਤਾਂ ਦੀਆਂ ਲੜਕੀਆਂ, ਸਭ ਇਸਤਰੀਆਂ ਦੇਖਦੀਆਂ ਹਨ। ਮਹਾਕੋਰ ਆਹਵ ਤਹਿ ਪਰਾ। ਬੜਾ ਭਿਆਨਕ ਜੰਗ ਹੋਇਆ ਖਾਲਸਾ ਜੀ। ਕਾਂਪੀ ਭੂਬ ਗਗਨ ਥਰਹਰਾ। ਧਰਤੀ ਕੰਬਦੀ ਹੈ ਜਿਵੇਂ ਭੁਚਾਲ ਆਇਆ ਹੁੰਦਾ, ਆਕਾਸ਼ ਵਿੱਚੋਂ ਗਰੜਾਟ ਦੀ ਆਵਾਜ਼ ਆਉਂਦੀ। ਨਿਰਖ ਜੁਦਾ ਕਾਪਾਂ ਕਮਲੇਸਾ। ਸਤਸੰਗ ਜੀ ਦੇਖ ਕਰਕੇ ਬ੍ਰਹਮਾ ਕੰਬ ਗਿਆ। ਤਾਂਤੇ ਤਰਾ ਨਾਰ ਕਾ ਪੇਸਾ। ਇਸ ਨੇ ਇਸਤਰੀ ਦਾ ਰੂਪ ਧਾਰ ਲਿਆ ਸੀ। ਬ੍ਰਹਮਾ ਨੇ ਡਰਦੇ ਨੇ ਜੰਗ ਤੋਂ। ਪਾਰਬਤੀ ਲੱਖ ਡਰਾ ਲੜਾਈ। ਪਾਰਬਤੀ ਦਾ ਪਤੀ ਇਹ ਵੀ ਡਰ ਗਿਆ, ਸ਼ਿਵ ਜੀ ਵੀ ਲੜਾਈ ਦੇਖ ਕੇ। ਬਸਾ ਬਨ ਬਿਖੇ ਅਤਬ ਕਹਾਈ। ਆਪਣੇ ਆਪ ਨੂੰ ਅਭਿਆਗਤ ਸਾਧੂ ਬਣ ਕੇ ਜੰਗਲ 'ਚ ਰਹਿਣ ਲੱਗ ਗਿਆ, ਡਰਦਾ ਸ਼ਿਵ ਜੀ। ਕਾਰਤ ਕੇ ਹਵੈ ਰਹਾ ਬਹਿੰਡਲ। ਇਹਦਾ ਪੁੱਤਰ ਹੈ ਸਤਸੰਗ ਜੀ ਕਾਰਤਕੇ, ਸ਼ਾਮ ਕਾਰਤ ਕਹਿੰਦੇ ਨੇ ਉਸ ਨੂੰ। ਇਹ ਦੇਵਤਿਆਂ ਦੀ ਫੌਜਾਂ ਦਾ ਸੈਨਾਪਤੀ ਹੈ। ਇਹ ਵਿਚਾਰੇ ਨੇ ਖੁਸਰਿਆਂ ਵਾਲਾ ਰੂਪ ਧਾਰ ਕੇ ਨਾ, ਹੀਜੜਿਆਂ ਵਾਲਾ। ਇਹ ਵੀ ਲੁਕ ਗਿਆ, ਕਹਿੰਦਾ ਮੇਰਾ ਜੰਗ ਦਾ ਜੀ ਨਹੀਂ ਕਰਦਾ ਲੜਨ ਨੂੰ। ਬ੍ਰਹਮ ਛਾੜ ਗ੍ਰਹਿ ਗਇਓ ਕਮੰਡਲ। ਬ੍ਰਹਮਾ ਵਿਚਾਰਾ ਬ੍ਰਹਮਪੁਰੀ ਚੋਂ ਛੱਡ ਕੇ ਸਤਸੰਗ ਜੀ ਹੱਥ ਵਿੱਚ ਕਲਮੰਡਲ ਫੜ ਕੇ ਸਾਧੂ ਬਣ ਗਿਆ। ਪਬ ਪਸਾਨ ਪਗਨ ਭੇ ਤਬਹੀ। ਜਿੰਨੇ ਪਹਾੜ ਸੀ ਸਤਸੰਗ ਜੀ ਘੋੜਿਆਂ ਨੇ, ਫੌਜ ਨੇ ਦਲ ਦਿੱਤੇ। ਜਾਏ ਬਸੇ ਉੱਤਰ ਦਿਸ ਸਭੀ। ਬਹੁਤ ਸਾਰੇ ਪਹਾੜ ਹਿਮਾਲਿਆ 'ਚ ਜਾ ਲੁਕੇ। ਡਗੀ ਧਰਨ ਅੰਬਰ ਕਹਿਰਾਨ। ਥਾਂ ਥਾਂ ਤੇ ਧਰਤੀ ਡਾਵਾਂ ਡੋਲ ਹੋ ਰਹੀ ਹੈ, ਆਕਾਸ਼ ਵਿੱਚੋਂ ਆਵਾਜ਼ਾਂ ਆ ਰਹੀਆਂ ਭਿਆਨਕ। ਬਾਜਨ ਖੁਰਨ ਤੇ ਪੱਥ ਨਿਸ਼ਾਨ ਪਛਾਨ। ਸਾਰੇ ਸਤਸੰਗ ਜੀ ਪੀ ਦਿੱਤੇ ਘੋੜਿਆਂ ਨੇ। ਅੰਧ ਗਬਾਰ ਭਇਓ ਬਾਨਨ ਤਨ। ਥਾਂ ਥਾਂ ਤੇ ਸਤਸੰਗ ਇੰਨੇ ਤੀਰ ਚੱਲੇ, ਹਨੇਰਾ ਛਾ ਗਿਆ। ਹਾਥ ਬਲੋਕੋ ਜਾਤ ਨ ਆਪਨ। ਹਨੇਰੇ ਵਿੱਚ ਜਿਵੇਂ ਹੱਥ ਨਹੀਂ ਨਾ ਆਪਣਾ ਦਿਸਦਾ, ਇੰਨਾ ਹਨੇਰਾ ਹੋ ਗਿਆ। ਵਿਸ਼ਵਾ ਬਾਣ ਬਜਰ ਰਨ ਬਰਖਤ। ਬਹੁਤ ਹੀ ਤਰ੍ਹਾਂ ਦੇ ਵਿਸ਼ੂਆ, ਤੀਰ, ਬੱਜਰ ਤੋਂ ਸਤਸੰਗ ਜੀ ਗੁਰਜਾਂ ਜੰਗ ਵਿੱਚ ਚੱਲ ਰਹੀਆਂ। ਰਸ ਰਸ ਸੁਬੜ ਤਨੋਕ ਕਹਿਤ ਕਰਖਤ। ਗੁੱਸੇ ਤੇ ਗੁੱਸਾ ਧਾਰ ਕੇ ਸੂਰਮੇ ਧਨਖਾਂ ਨੂੰ ਖਿੱਚਦੇ ਨੇ। ਤਕ ਤਕ ਬਾਣ ਪਰ ਲੋਕ ਚਲਾਵੇ। ਨਿਸ਼ਾਨੇ ਤੱਕ ਤੱਕ ਕੇ ਸਤਸੰਗ ਜੀ ਸਮੂਹ ਤੀਰ ਚਲਾਉਂਦੇ। ਭੇਦ ਤਰਾਣ ਤਨ ਪਰੇ ਪਰਾਵੇਂ। ਬਿਨ ਕਰਕੇ ਸੰਜੋਆਂ ਨੂੰ ਸਰੀਰਾਂ ਦੇ ਵਿੱਚ ਦੀ ਪਾਰ ਕਰ ਦਿੰਦੇ। ਜਬ ਹੀ ਭਇਓ ਅਮਿਤ ਰਣ ਜੋਧਾ। ਜਦੋਂ ਖਾਲਸਾ ਜੀ ਬੇਅੰਤ ਰਾਖਸ਼ ਪੈਦਾ ਹੋਏ ਜੰਗ ਵਿੱਚ, ਵਾਡਿਓ ਮਹਾਕਾਲ ਕੈ ਕਰੋਧਾ। ਮਹਾਕਾਲ ਨੂੰ ਉਸ ਵੇਲੇ ਬੜਾ ਭਾਰੀ ਵੀਰ ਰਸ ਜਾਗਿਆ। ਮਹਾਕੋਪ ਕਰ ਭਿਸਕ ਪ੍ਰਹਾਰੇ। ਬੜੇ ਗੁੱਸੇ ਧਾਰ ਕੇ ਤੀਰ ਚਲਾਉਂਦੇ ਪਏ। ਅਦਕ ਛਤਰ ਸਿਨ ਮਾਜ ਸੰਘਾਰੇ। ਬਹੁਤ ਸਾਰੇ ਦੁਸ਼ਮਣ ਮਾਰ ਦਿੱਤੇ। ਰਕਤ ਸਭੂ ਤਰਨ ਤਬ ਪਰਾ। ਰਕਤ ਸਭੂ ਤਰਨ ਤਬ ਪਰਾ। ਸਾਰੇ ਰਾਖਸ਼ਾਂ ਦਾ ਸਤਸੰਗ ਜੀ ਖੂਨ ਧਰਤੀ ਤੇ ਪਿਆ। ਤਾਤੇ ਬਹੁਤ ਧਨਨ ਵਿਪਥਰਾ। ਹੋਰ ਰਾਖਸ਼ਾਂ ਨੇ ਉਹਨਾਂ ਖੂਨ ਤੋਂ ਸਰੀਰ ਧਾਰ ਲਏ। ਏਕ ਏਕ ਸਰ ਸਵੇ ਚਲਾਏ। ਇੱਕ ਇੱਕ ਤੀਰ ਸਾਰਿਆਂ ਨੂੰ ਮਾਰ ਦਿੰਦਾ ਮਹਾਕਾਲ। ਤਿੰਨ ਤੇ ਅਸੁਰ ਅਨੇਕ ਹੋਇ ਤਾਏ। ਹੋਰ ਰਾਖਸ਼ ਪੈਦਾ ਹੋ ਜਾਂਦੇ ਜਿਉਂ-ਜਿਉਂ ਖੂਨ ਉਹਨਾਂ ਦਾ ਕਿਰਦਾ। ਆਏ ਜਿਤਕ ਤਿਤਕ ਤੈ ਮਾਰੇ। ਜਿੰਨੇ ਆਉਂਦੇ ਸਤਸੰਗੀ ਮਹਾਕਾਲ ਖਪਾਈ ਜਾਂਦਾ, ਨਾਲ ਦੂਲੋ ਦੇਈ ਵੀ ਲੱਗੀ ਹੋਈ ਐ। ਵਹਿ ਤਰਨ ਪਰ ਰਕਤ ਪਨਾਰੇ। ਪਨਾਲੇ ਬਹਿ ਗਏ ਸਤਸੰਗੀ ਖੂਨ ਦੇ ਧਰਤੀ ਦੇ ਉੱਤੇ। ਤਿੰਨ ਤੇ ਅਮਿਤ ਅਸਰੁਣ ਬਪਥਰਾ। ਉਥੋਂ ਫੇਰ ਸਤਸੰਗੀ ਦੰਤਾਂ ਨੇ ਬਹੁਤ ਰੂਪ ਧਾਰਿਆ। ਹਮ ਤੇ ਜਾਤ ਵਿਚਾਰ ਨਾ ਕਰਾ। ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਖਾਲਸਾ ਜੀ, ਅਸੀਂ ਤੁਹਾਨੂੰ ਕਿੱਥੇ ਤੱਕ ਵਿਚਾਰ ਕਰੀਏ। ਵਾਹਿਗੁਰੂ ਬੇਅੰਤ ਹੈ, ਉਹਦੇ ਕੌਤਕ ਵੀ ਬੇਅੰਤ ਨੇ। ਉਹਦਾ ਜਿਹੜਾ ਜੰਗ ਹੈ ਉਹ ਪੂਰਨ ਕਥਿਆ ਨਹੀਂ ਜਾਂਦਾ ਹੈ।
ਜਿਸ ਪ੍ਰਕਾਰ ਸਤ ਸੰਗਤ ਜੀ ਇਹ ਜੰਗ ਲੜਿਆ ਕਿੰਨੇ ਹਜ਼ਾਰ ਸਾਲ, 70 ਸੈਨ ਤਿਲ ਤਿਲ ਖੈ ਕੀਨੀ, ਬੈਰੀਆਂ ਦੀ ਫੌਜ ਸਤ ਸੰਗਤ ਜੀ ਤਿਲ ਤਿਲ ਕਰ ਦਿੱਤੀ। ਤਿਲ ਤਿਲ ਏਕ ਏਕ ਕਰ ਡਾਰਾ, 70 ਸੈਨ ਸਰਬਾ ਕਰਖਣ ਕੇ ਅਸ ਤੁਝ ਜਬ, ਜਿਸ ਵੇਲੇ ਖਾਲਸਾ ਜੀ ਰਾਖਸ਼ ਬਹੁਤ ਸਾਰੇ ਵੱਧਦੇ ਜਾ ਰਹੇ ਨੇ, ਜਿਉਂ-ਜਿਉਂ ਮਹਾਂਕਾਲ ਮਾਰਦਾ ਤੇ ਨਾਲੇ ਦੂਲੋ ਦੇਈ, ਉਸ ਵੇਲੇ ਸ਼ਕਤੀ ਤਾਂ ਸਾਰਿਆਂ ਜੀਵਾਂ 'ਚ ਸਤ ਸੰਗ ਜੀ ਵਾਹਿਗੁਰੂ ਨੇ ਦਿੱਤੀ ਹੋਈ ਹੈ ਨਾ। ਸਭ ਮੈਂ ਜੋਤ ਜੋਤ ਹੈ ਸੋਏ ਤੇ ਹਿਰਦੈ ਚਾਨਣ, ਸਭ ਮੈਂ ਚਾਨਣ ਹੋਏ। ਜਬ ਆਪਣੀ ਜੋਤ ਖਿੰਚੇ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਬਖਿਆਨਾ। ਜਦ ਵਾਹਿਗੁਰੂ ਆਪਣੀ ਜੋਤ ਖਿੱਚ ਲਵੇ ਆਪਾਂ ਬਖਿਆਨ ਕਰ ਸਕਦੇ, ਉਂਗਲੀ ਨਹੀਂ ਹਿਲਦੀ। ਆਪਣੀ ਮੌਜ ਵਿੱਚ ਸਤ ਸੰਗ ਜੀ ਮਹਾਂਕਾਲ ਨੇ ਸਾਰਿਆਂ ਦੈਂਤਾਂ ਦੀ ਸ਼ਕਤੀ ਖਿੱਚ ਲਈ, ਹਿੱਲਣ ਜੋਗੇ ਨਾ ਛੱਡੇ। ਉਪਜ ਤੇ ਰਹਿ ਗਏ ਅਸੁਰ ਤਬ, ਅੱਗੇ ਵਾਸਤੇ ਸਤ ਸੰਗ ਜੀ ਪੈਦਾ ਹੋਣ ਤੋਂ ਖਤਮ ਹੋ ਗਏ, ਰਹਿ ਗਏ। ਆਗਿਆ ਬੌਰ ਕਾਲ ਕਹਿ ਦਈ, ਫਿਰ ਕਾਲਕਾ ਨੂੰ ਆਗਿਆ ਦਿੱਤੀ ਸਤ ਸੰਗ ਜੀ। ਕਾਲੀ ਦੇਖੀ ਜਿਹੜੀ ਝੋਟਿਆਂ ਦੀ ਵਰੀਆਂ ਲੈਂਦੀ ਹੈ ਕਲਕੱਤੇ ਵਾਲੀ, ਇਹਨੂੰ ਕਿਹਾ ਤੂੰ ਆਹ ਤੇਰਾ ਆਹਾਰ ਹੈ, ਖਾ ਜਾ ਹੁਣ ਤੂੰ ਜਿੰਨੇ ਮਰਜੀ ਰੱਜ ਰੱਜ ਕੇ ਦੇਖ, ਖੋਲਾ ਵਰਤ ਰੱਜ ਕੇ ਤੂੰ ਹੁਣ। ਉਸ ਵੇਲੇ ਕਾਲਕਾ ਸਤ ਸੰਗ ਜੀ ਲੱਗੀ ਇਹਨਾਂ ਨੂੰ ਚੱਬਣ ਵਾਲੇ, ਇਹਨਾਂ ਦਾ ਖੂਨ ਪੀਣ ਨਾਲੇ ਮਾਸ ਖਾਣ। 70 ਸੈਨ ਭਸ਼ਨ ਕਰ ਗਈ, ਬੈਰੀਆਂ ਦੀ ਫੌਜ ਸਾਰੀ ਭੱਖ ਗਈ। ਏਕੇ ਸੁਰ ਤਵੇ ਰਹਿ ਗਇਓ, ਇੱਕ ਸਤ ਸੰਗਤ ਜੀ ਰਾਖਸ਼ਾਂ ਦਾ ਰਾਜਾ ਸੀ ਜਿਹੜਾ ਨਾ ਸਵਾਸ ਵੀਰਜ, ਇਹ ਰਹਿ ਗਿਆ। ਤਰਾਸ ਅਦਕ ਚਿਤ ਮੈਂ ਪਇਓ, ਚਿੱਤ ਵਿੱਚ ਡਰ ਗਿਆ ਕਿ ਮੇਰੇ ਸਾਥੀ ਸਾਰੇ ਮਾਰੇ ਗਏ। ਹਾਏ ਹਾਏ ਕਸ ਕਰੋ ਅਪਾਵਾ, ਹੈ ਲੱਗਾ ਕਰਨ ਬਈ ਕੀ ਯਤਨ ਕਰਾਂ ਮੈਂ। ਅਬ ਕੋਈ ਚਲਤ ਨ ਮੇਰਾ ਦਾਵਾ, ਕਹਿੰਦਾ ਮੇਰਾ ਹੁਣ ਕੋਈ ਜ਼ੋਰ ਨਹੀਂ ਚੱਲਦਾ। ਦੋਰਾ ਮਹਾਕਾਲ ਕੀ ਸਰਨ ਜੇ, ਜਿਹੜੇ ਸਤ ਸੰਗ ਜੀ ਮਹਾਕਾਲ ਦੀ ਸ਼ਰਨ ਪੈਂਦੇ, ਪਰੇ ਸੋ ਲੈ ਬਚਾਏ। ਉਹ ਸਤ ਸੰਗਤ ਜੀ ਬਚਾ ਲਏ। ਇੱਕ ਧੁਰਦਰ ਗਾਹੋਂ ਨਿਆ ਹੈ, ਮਹਾਕਾਲ ਜੋ ਅਕਾਲ ਪੁਰਖ ਅੰਤਰਜਾਮੀ ਹੈ, ਜੋ ਉਹਦੀ ਸ਼ਰਨ ਪੈਂਦਾ ਉਹਨਾਂ ਨੂੰ ਬਚਾ ਲੈਂਦਾ। ਪੂਰ ਔਰ ਨ ਉਪਜਾ ਦੂਸਰ ਜਗ, ਹੋਰ ਉਹਦੇ ਮੁਕਾਬਲੇ ਤੇ ਕੋਈ ਪੈਦਾ ਨਹੀਂ ਹੋਇਆ ਸੰਸਾਰ ਚ ਵਾਹਿਗੁਰੂ ਦੇ। ਪਛਿਓ ਸਵੇ ਬਣਾਏ, ਮਹਾਕਾਲ ਆਪ ਹੀ ਸਤ ਸੰਗ ਜੀ ਆਪਣੀ ਮੌਜ ਨਾਲ ਸਾਰੀ ਸ੍ਰਿਸ਼ਟੀ ਨੂੰ ਪਲਣੋਂ ਕਰ ਦਿੰਦਾ, ਭੱਛ ਲੈਂਦਾ। ਜੇ ਪੂਜਾ ਅਸਕੇਤ ਕੀ, ਜਿਹੜਾ ਸਤ ਸੰਗ ਜੀ ਅਸਕੇਤ ਵਾਹਿਗੁਰੂ ਕਿਰਪਾਨ ਧਾਰੀ ਹੈ, ਅਸਕੇਤ ਅਸ ਨੋ ਤਲਵਾਰ ਦਾ, ਕੇਤ ਨੋ ਨਿਸ਼ਾਨ ਦਾ ਹੈ। ਜਿਹੜਾ ਪੂਜਾ ਅਕਾਲ ਪੁਰਖ ਅੰਤਰਜਾਮੀ ਦੀ ਕਰਦਾ ਹੈ, ਨਿਤ ਪਰ ਕਰੇ ਬਣਾਏ। ਨਿਤਾਪਤੀ ਚੰਗੀ ਤਰ੍ਹਾਂ ਕਰਦਾ ਬਣਾ ਕੇ, ਜਨ ਪਰ ਆਪਣੋ ਹਾਥ ਦੇ, ਉਹਨਾਂ ਨੂੰ ਆਪਣੇ ਹੱਥ ਦੇ ਕਰਕੇ ਕਿਰਪਾ ਦਾ। ਅਸ ਤੁਝ ਲੇਤ ਬਚਾਏ, ਅਸ ਤੁਝ ਫੇਰ ਆ ਗਿਆ, ਜਿਸ ਦੇ ਸਤ ਸੰਗ ਜੀ ਧੁਜਾ ਦੇ ਨਿਸ਼ਾਨ ਦੇ ਵਿੱਚ ਵੀ ਤਲਵਾਰ ਦਾ ਨਿਸ਼ਾਨ ਹੈ। ਆਪਣੇ ਬਾਹਰ ਧੁਜਾ ਸੋਭਦੀ ਆ, ਨਿਸ਼ਾਨ ਸਾਹਿਬ ਉੱਤੇ ਦੇਖਿਆ ਸਤ ਸੰਗ ਜੀ ਫਰਲੇ ਦੇ ਵਿੱਚ ਆਪਾਂ ਖੰਡਾ ਸ੍ਰੀ ਸਾਹਿਬ ਸਾਰੇ ਸਤ ਸੰਗ ਜੀ ਚਰਨ ਐਵੇਂ ਨਹੀਂ ਜੋ ਉੱਥੇ ਸੂਚਿਤ ਕੀਤੇ ਹੋਏ। ਇਹ ਸੱਚਖੰਡ ਵੀ ਇਹੀ ਧੁਜਾ ਝੂਲਦੀ ਆ ਖਾਲਸਾ ਜੀ। ਸਭ ਰਾਜਿਆਂ ਦੀਆਂ ਧੁਜਾ ਹੁੰਦੀਆਂ, ਇਹ ਸਭ ਤੋਂ ਮਾਤ ਲੋਕ ਦੇ ਅੰਦਰ ਜਿਹੜੀ ਧੁਜਾ ਧਰਮ ਦਾ ਨਿਸ਼ਾਨ ਹੈ, ਸਾਰੀਆਂ ਸਤ ਸੰਗ ਜੀ ਦੁਨੀਆ ਦੇ ਨਿਸ਼ਾਨਾਂ ਨਾਲੋਂ ਉੱਤਮ ਮੰਨਿਆ ਹੈ। ਸੋ ਵਾਹਿਗੁਰੂ ਦੀ ਸਤ ਸੰਗ ਜੀ ਧੁਜਾ ਦੇ ਅੰਦਰ ਸ੍ਰੀ ਸਾਹਿਬ ਥੋਪਦੀ ਹੈ। ਚੌਪਈ ਦੁਸ਼ਟ ਦੈਤ ਕਛ ਬਾਤ ਨ ਜਾਨੀ, ਇਹ ਦੁਸ਼ਟ ਦੈਂਤ ਨੇ ਬੇਪਰਵਾਹ ਸੀ, ਕੋਈ ਬਾਤ ਸਮਝੀ ਨਾ, ਬੇਪਰਵਾਹ ਸੀ। ਮਹਾਕਾਲ ਤਨ ਪੁਨ ਰਿਸ ਠਾਨੀ, ਇਹਨੇ ਖਾਲਸਾ ਜੀ ਕੱਲੇ ਨੇ ਜੰਗ ਮੰਡ ਲਿਆ, ਮਹਾਕਾਲ ਦੇ ਨਾਲ ਗੁੱਸਾ ਧਾਰਿਆ। ਬਲ ਅਪ ਬਲ ਆਪਣੋ ਨਾ ਵਿਚਾਰਾ, ਵਿਚਾਰਿਆ ਨਾ ਕਿ ਮੇਰਾ ਬਲ ਕੀ ਹੈ, ਮਹਾਕਾਲ ਦਾ ਬਲ ਬਹੁਤ ਜ਼ਿਆਦੇ ਹੈ। ਗਰਭ ਠਾਨ ਜੇ ਬਾਹਰ ਹੰਕਾਰਾ, ਹੰਕਾਰ ਕੀਤਾ ਸਤ ਸੰਗ ਜੀ ਹਿਰਦੇ ਵਿੱਚ ਇਸਨੇ। ਰੇ ਰੇ ਕਾਲ ਫੂਲ ਜਿਨ ਜਾਹੂ, ਬੰਗਾਰ ਜਿਹਾ ਸਤ ਸੰਗਤ ਜੀ ਸੂਰਮੇ ਦਾ ਧਰਮ ਤਾਂ ਇਹੀ ਹੈ ਨਾ, ਭਾਵੇਂ ਕਮਜ਼ੋਰ ਹੈ ਚਾਹੇ ਕੁਝ ਵੀ ਹੈ, ਜੇ ਸੂਰਮਤਾ ਹੀ ਨਿਭਾਉਣੀ ਹੈ ਆਪ ਦਾ ਬਲ ਨਾ ਦੇਖੇ, ਜੇ ਜਿੰਨਾ ਕੁ ਹੈ ਉਹ ਲਾ ਕੇ ਸਤ ਸੰਗਤ ਜੀ ਸ਼ਹੀਦੀ ਪਾ ਕੇ ਆਪਦੇ ਜਨਮ ਨੂੰ ਸਫਲਾ ਕਰੇ। ਕਹਿਣ ਲੱਗਾ ਰੇ ਰੇ ਕਾਲ ਫੂਲ ਜਨ ਜਾਹੂ, ਕਹਿੰਦਾ ਉਹ ਮਾਂ ਕਾਲ ਐਵੇਂ ਨਾ ਫੁੱਲਿਆ ਫਿਰੀ ਕਿ ਮੇਰੇ ਫੌਜੀ ਮਾਰ ਦਿੱਤੇ,
ਮੈਂ ਹਲੇ ਜਿਉਂਦਾ ਹੈਗਾ, ਆ ਜਾ, ਬੋਰਿਆਨ ਸੰਗਰਾਮ ਬਚਾਹੂ। ਆ ਜਾ ਮੇਰੇ ਨਾਲ ਜੰਗ ਕਰ ਆ ਕੇ। ਏਕ ਨਿਦਾਨ ਕਰੋ ਰਨ ਮਾਹੀ। ਅੱਜ ਜੰਗ ਦੇ ਵਿੱਚ ਇੱਕ ਪਾਸਾ ਕਰਕੇ ਹਟਾਂਗੇ। ਕਹਿ ਅਸ ਤੁਝ ਕੈ ਦਾਨਵ ਨਾਹੀ। ਜਾ ਕੇ ਅਸੀਂ ਦੈਂਤ ਨਹੀਂ ਹਾਂ, ਜਾਂ ਤੂੰ ਹੈ ਨਹੀਂ ਅਸਤੁਜ ਜਿਹੜਾ ਮਹਾਕਾਲ ਖਵਾਉਂਦਾ। ਏਕ ਪਾਵ ਤਜ ਜੁਧ ਨਾ ਪਾਜਾ। ਇੱਕ ਪੈਰ ਵੀ ਪਿੱਛੇ ਹਟ ਕੇ ਸਤ ਸੰਗਤ ਜੀ, ਇਹ ਦੈਂਤਾਂ ਦਾ ਰਾਜਾ ਭੱਜਿਆ ਨਹੀਂ। ਮਹਾਰਾਜ ਦੈਤਨ ਕਾ ਰਾਜਾ। ਜੋ ਸਾਰੇ ਦੈਂਤਾਂ ਦਾ ਰਾਜਾ ਸੀ ਇਹ ਸਵਾਸ ਵੀਰਜ। ਆਤੋਂ ਗੀਤ ਗਗਨ ਲੈ ਗਏ। ਖਾਲਸਾ ਜੀ ਆਖੋ ਵਾਹਿਗੁਰੂ। ਇਹ ਸੂਰਮਿਆਂ ਦੀਆਂ ਗਤੀਆਂ ਨੇ। ਜ਼ਖਮੀ ਹੋ ਗਿਆ ਸਤ ਸੰਗਤ ਜੀ ਸਰੀਰ ਰਾਖਸ਼ ਦਾ। ਇਹਦੀਆਂ ਆਂਦਰਾਂ ਗਿਰਜਾਂ ਕੱਢ ਕੱਢ ਕੇ ਆਕਾਸ਼ ਨੂੰ ਲੈ ਗਈਆਂ, ਪਰ ਫੇਰ ਵੀ ਸੂਰਮਾ ਪਿੱਛੇ ਨਹੀਂ ਹਟਿਆ। ਬਾਤ ਵਿਸਕ ਤੋਂ ਹਟ ਭਏ। ਹੱਠ ਦੇ ਨਾਲ ਫੇਰ ਵੀ ਤੀਰ ਮੁਕਾਬਲੇ ਤੇ ਬਹੁੰਦਾ ਰਿਹਾ। ਅਸੁਰ ਅਹਿਮਤ ਰਣ ਬਾਣ ਚਲਾਏ। ਬਿਆੰਤ ਇਸਨੇ ਤੀਰ ਮਹਾਕਾਲ ਨੂੰ ਚਲਾਏ। ਸਵਾਸ ਵੀਰਜ ਰਾਖਸ਼ ਨੇ ਨਿਰਖ ਖੜਗ ਤੁਝ ਕਾਟ ਗਰਾਏ। ਦੇਖ ਦੇਖ ਕੇ ਸੱਚ ਸਮਝੀ ਵਾਹਿਗੁਰੂ ਨੂੰ ਵੀ ਕੋਈ ਮਾਰ ਸਕਦਾ ਹੈ। ਇਹ ਤਾਂ ਉਹਦੀ ਮੌਜ ਹੈ। ਜਿਸ ਵੇਲੇ ਤੀਰ ਆਉਂਦੇ ਸੀ ਕੱਟੀ ਜਾਂਦੇ ਸੀ ਆਪਣੇ ਤੀਰਾਂ ਨਾਲ ਮਹਾਕਾਲ ਜੀ। 20 ਸਹਸਰ ਅਸੁਰ ਪਰਬਨ। ਸਤ ਸੰਗਤ ਜੀ 20,000 ਤੀਰ ਇਸਨੇ ਛੱਡੇ। ਸ੍ਰੀ ਅਜ ਤੋਂ ਛਾੜੇ ਬਿਦ ਨਾਨਾ। ਨਾਨਾ ਤਰ੍ਹਾਂ ਦੇ ਤੀਰ ਸਤ ਸੰਗਤ ਜੀ ਇੱਧਰ ਮਹਾਕਾਲ ਨੇ ਵੀ ਚਲਾਏ। ਮਹਾਕਾਲ ਪੁਨ ਜੇ ਮੈਂ ਕੋਪਾ। ਜਿਸ ਵੇਲੇ ਉਹਨੇ ਆਪਣੇ ਸਤ ਸੰਗਤ ਜੀ ਜ਼ੋਰ ਲਾ ਲਿਆ, ਫਿਰ ਮਹਾਕਾਲ ਹਿਰਦੇ ਚ ਵੀਰ ਰਸ ਧਾਰ ਕੇ ਗੁੱਸੇ ਹੋਇਆ। ਤਨੁਖ ਟੰਕੋਰ ਬੋਰ ਰਣ ਰੋਪਾ। ਧਨਖ ਨੂੰ ਸਤ ਸੰਜੀ ਟੰਕੋਰ ਕੇ ਨਾ ਉਤਸ਼ਾਹ ਦੇ ਨਾਲ ਵੀ ਜੰਗ ਖਤਮ ਕਰ ਦਈਏ। ਹੁਣ ਜੰਗ ਦੇ ਵਿੱਚ ਕੈੜੇ ਹੋ ਕੇ ਖੜੇ ਹੋਏ। ਏਕ ਬਾਣ ਤੇ ਤੁਝੇ ਗਰਾਇਓ। ਇੱਕ ਤੀਰ ਦੇ ਨਾਲ ਸਤ ਸੰਜੀ ਮਹਾਕਾਲ ਨੇ ਉਹਦੀ ਜਿਹੜੀ ਧੁਜਾ ਸੀ ਨਾ ਰਥ ਦੇ ਉੱਤੇ ਬੰਨੀ ਹੋਈ, ਉਹ ਭੰਨ ਕੇ ਰੱਖ ਦਿੱਤੀ, ਸਿੱਟ ਦਿੱਤੀ। ਦੁਤਿਆ ਸਤਰ ਕੋ ਸੀਸ ਉਡਾਇਓ। ਦੂਜੇ ਤੀਰ ਨਾਲ ਇਹਦਾ ਰਥਵਾਹੀ ਸੀ ਉਹਦਾ ਸਿਰ ਉਡਾ ਦਿੱਤਾ ਮਹਾਕਾਲ ਨੇ। ਦਹੂ ਬਿਸਕ ਕਰ ਦ્વੈ ਰਥ ਚੱਕਰ। ਦੋ ਤੀਰਾਂ ਦੇ ਨਾਲ ਰਥ ਦੇ ਸੱਤ ਨਹੀਂ ਪਹੀਏ ਭੰਨ ਦਿੱਤੇ, ਖੜਾ ਦਿੱਤਾ ਰਥ। ਪਾੜ ਦੇ ਸ਼ਨ ਇੱਕ ਮੈਂ ਬੱਕਰ। ਇੱਕ ਸ਼ਨ ਵਿੱਚ ਹੀ ਸੱਤ ਨਹੀਂ ਮਾਰ ਕੇ ਟੇਢੇ ਤੀਰ ਪਹੀਏ ਭੰਨਤੇ। ਚਾਰੇ ਬਾਣ ਚਾਰਹੂ ਬਾਜਾ। ਚਾਰ ਘੋੜੇ ਜੁੜੇ ਸੀ ਇਸ ਰਾਖਸ਼ ਦੇ ਰਥ ਨੂੰ। ਚਾਰ ਤੀਰ ਮਾਰੇ, ਚਾਰੇ ਘੋੜੇ ਮਾਰਤੇ। ਮਾਰ ਦੇ ਸਭ ਜਗ ਕੇ ਰਾਜਾ। ਜੋ ਸਾਰੇ ਜਗ ਦਾ ਪਾਤਸ਼ਾਹ ਦਾ ਪਾਤਸ਼ਾਹ ਵਾਹਿਗੁਰੂ ਹੈ। ਗੌਰ ਅਸੁਰ ਕਾ ਕਾਟ ਸਮਾਥਾ। ਫਿਰ ਸਤ ਸੰਗਤ ਜੀ ਇਹਦੇ ਮੱਥੇ ਚ ਮਾਰਿਆ ਤੀਰ ਰਾਖਸ਼ ਦੇ। ਸ੍ਰੀ ਅਸ ਕੇ ਜਤ ਕੇ ਨਾਥਾ। ਜੋ ਸ਼੍ਰੋਮਣੀ ਤਲਵਾਰ ਦੇ ਨਿਸ਼ਾਨ ਵਾਲਾ ਜਗ ਦਾ ਨਾਥ ਸੁਆਮੀ ਵਾਹਿਗੁਰੂ ਹੈ। ਦੁਤਿਆ ਬਾਣ ਸੋ ਦੋ ਅਰ ਕਰ। ਦੂਜੇ ਦੋ ਤੀਰ ਮਾਰੇ ਸਤ ਸੰਜੀ ਇਹਦੇ ਹੱਥ ਟੁੰਡੇ ਕਰਕੇ ਰੱਖ ਦਿੱਤੇ ਰਾਖਸ਼ ਦੇ। ਪਾੜ ਦਿਓ ਅਸ ਤੁਜ ਨਰ ਨਹਰ। ਜੋ ਸਤ ਸੰਜੀ ਪਾਤਸ਼ਾਹ ਦਾ ਪਾਤਸ਼ਾਹ ਸ਼ੇਰਾਂ ਦਾ ਵੀ ਬੱਬਰ ਸ਼ੇਰ ਵਾਹਿਗੁਰੂ ਹੈ, ਉਹਨੇ ਕੱਟੇ। ਹੁਣ ਰਾਸ਼ਸ ਕਾ ਕਾਟਾ ਸੀਸਾ। ਇੱਥੋਂ ਤਾਂ ਆਪਾਂ ਸੁਣਦੇ ਹੀ ਨਾ, ਪੁਨ ਰਾਖਸ਼ ਕਾ ਕਾਟਾ ਸੀਸਾ। ਅਖੀਰ ਤੇ ਰਾਖਸ਼ ਦਾ ਸਿਰ ਕੱਟ ਦਿੱਤਾ ਤੀਰ ਨਾਲ। ਸ੍ਰੀ ਅਸ ਜਗਤ ਕੇ ਈਸਾ। ਸ੍ਰੀ ਅਸਕੇਤ ਜਗਤ ਕੇ ਈਸਾ। ਸ਼੍ਰੋਮਣੀ ਜੋ ਅਸ ਤਲਵਾਰ ਦੇ ਕੇਤ ਨਿਸ਼ਾਨ ਵਾਲਾ ਹੈ ਔਰ ਜਗ ਦਾ ਈਸ਼ਰ ਰੂਪ ਹੈ। ਆ ਗੋਰੇ ਕਹਿੰਦੇ ਕਿ ਸਾਡੇ ਈਸਾ ਦਾ ਨਾਮ ਲਿਖਿਆ ਹੋਇਆ। ਈਸਾ ਦਾ ਵਿਚਾਰਾ ਬੱਕਰੀਆਂ ਚਾਰਦਾ ਰਿਹਾ, ਉਹਨੇ ਤਲਵਾਰ ਕਦੋਂ ਫੜੀ ਸੀ? ਐਵੇਂ ਹੀ ਘਾਟਾਂ ਘੜੀ ਜਾਣੀਆਂ ਕੋਈ ਠੀਕ ਨਹੀਂ। ਅਕਾਲ ਪੁਰਖ ਅੰਤਰਜਾਮੀ ਸ੍ਰੀ ਸਾਹਿਬ ਦਾ ਸਤ ਸੰਜੀ ਨਿਸ਼ਾਨ ਹੈ ਜਿਸ ਪਾਸ। ਕੋਪਨ ਬ੍ਰਿਸ਼ਟ ਗਗਨ ਤੇ ਭਈ। ਉਸ ਵੇਲੇ ਜਦੋਂ ਸਤ ਸੰਜੀ ਰਾਖਸ਼ ਮਾਰਿਆ ਗਿਆ, ਆਕਾਸ਼ ਤੋਂ ਫੁੱਲਾਂ ਦੀ ਵਰਖਾ ਹੋਈ। ਸਭਨ ਆਨ ਵਧਾਈ ਦਈ। ਸਾਰੇ ਦੇਵਤੇ 33 ਕਰੋੜ ਨੇ ਆ ਕੇ ਵਧਾਈਆਂ ਦੇਣੀਆਂ ਸ਼ੁਰੀਆਂ ਕੀਤੀਆਂ। ਬੂਟਿਆਂ 'ਚ ਲੁਕੇ ਹੋਏ ਬਰਮਾ ਹੁਣੀ ਵੀ ਵਿਚਾਰੇ ਨਿਕਲ ਆਏ, ਵਿਸ਼ਨੂੰ ਸ਼ਿਵ ਜੀ ਹੁਣੀ ਵੀ। ਧੰਨ ਧੰਨ ਲੋਗਨ ਕੇ ਰਾਜਾ। ਕਹਿੰਦੇ ਨੇ ਧੰਨ ਹੋ ਹੇ ਸਾਰੇ ਲੋਕਾਂ ਦੇ ਪਾਤਸ਼ਾਹਾਂ ਦੇ ਪਾਤਸ਼ਾਹ ਵਾਹਿਗੁਰੂ ਮਹਾਕਾਲ, ਆਪ ਧੰਨ ਹੋ। ਦੁਸ਼ਟਨ ਦਾ ਗਰੀਬ ਨਵਾਜਾ। ਆਪ ਦੇ ਕੀ ਗੁਣ ਨੇ? ਦੁਸ਼ਟਨ ਦਾ, ਦੁਸ਼ਟਾਂ ਨੂੰ ਪਾਪੀਆਂ ਨੂੰ ਦਾ ਸਾੜ ਦਿੰਦੇ ਹੋ। ਗਰੀਬ ਨਵਾਜਾ, ਗਰੀਬਾਂ ਨੂੰ ਨਵਾਜਦੇ ਹੋ, ਵਡਿਆਉਂਦੇ ਹੋ। ਅਖਲ ਪਵਨ ਕੇ ਸਿਰਜਨਹਾਰੇ। ਅਖਰ ਸਾਰੇ 14 ਭਵਨਾਂ ਨੂੰ ਰਚਣ ਵਾਲੇ ਹੋ ਤੁਸੀਂ। ਦਾਸ ਜਾਨ ਮੋਹ ਲਿਓ ਅਬਾਰੇ। ਸਾਨੂੰ ਦਾਸ ਜਾਣ ਕੇ ਬਚਾ ਲਿਆ ਹੈ। ਇਉਂ ਸਤ ਸੰਗਤ ਜੀ ਦੂਲੋ ਦੇਈ ਰਕਸ਼ਾ ਕੀਤੀ। ਉਹ ਦੂਲੋ ਦੇਈ ਸਤ ਸੰਗਤ ਜੀ ਇਸ ਵੇਲੇ ਹੱਥ ਜੋੜ ਕੇ ਕਹਿੰਦੀ ਮਹਾਰਾਜ ਕਿਰਪਾ ਕਰੋ, ਬਰੋ ਮੈਨੂੰ। ਕਹਿੰਦੇ ਜਿੱਤੇ ਅਸੀਂ ਆ ਕਿ ਤੈਂ? ਕਹਿੰਦੀ ਜੀ ਮੈਂ ਤੁਹਾਡੀ ਦਾਸੀ ਆ, ਕਿਰਪਾ ਕਰੋ। ਮੈਂ ਕੌਣ ਆ ਜਿੱਤਣ ਵਾਲੀ? ਜੇ ਮੇਰੇ ਕੋਲੋਂ ਜਿਤਾਉਣਾ ਤੁਸੀਂ ਮੇਰੇ ਤੋਂ ਵੀ ਜਿਤਾ ਸਕਦੇ ਸੀ, ਹੁਣ ਆਪ ਆ ਕੇ ਜਿੱਤਿਆ ਹੈ। ਮੈਨੂੰ ਮਾਰਾ, ਮੇਰੀ ਇੱਛਾ ਪੂਰੀ ਕਰੋ। ਤੁਸੀਂ ਸਾਰਿਆਂ ਦੀਆਂ ਇੱਛਾ ਪੂਰੀ ਕਰਦੇ ਹੋ, ਕੋਈ ਐਸਾ ਵਿਅਕਤੀ ਨਹੀਂ ਜਿਹਦੀ ਇੱਛਾ ਵਾਹਿਗੁਰੂ ਪੂਰੀ ਨਾ ਕਰੇ।
ਕਹਿਣ ਲੱਗੇ ਚੰਗਾ ਕਲਯੁਗ ਦੇ ਸਮੇਂ ਵਿੱਚ ਗੁਰੂ ਨਾਨਕ ਦੇਵ ਜੀ ਦੇ 10ਵੇਂ ਜਾਮੇ ਚ ਅਵਤਾਰ ਧਾਰਾਂਗੇ, ਫੇਰ ਤੈਨੂੰ ਬਰਾਂਗੇ, ਪਰ ਕੁਆਰਾ ਡੋਲਾ ਰੱਖਾਂਗੇ ਤਾਂ ਰਾਖਸ਼ ਨਹੀਂ ਜਿੱਤੇ ਹਨ। ਉਹ ਖਾਲਸਾ ਜੀ ਮਾਤਾ ਸਾਹਿਬ ਦੇਵਾਂ ਜੀ ਹੋਏ ਸਤਿਕਾਰਯੋਗ, ਜਿਨ੍ਹਾਂ ਦੇ ਪੰਥ ਖਾਲਸਾ ਝੋੜੀ ਚ ਪਾਇਆ। ਖਾਲਸਾ ਜੀ ਧਰਮੀ ਯੋਧੇ ਪ੍ਰਗਟ ਕਰਕੇ ਆਪ ਜੀ ਨੇ ਸਿਰਲੱਥ ਸੂਰਮੇ, ਉਹਨਾਂ ਨੂੰ ਕਿਹਾ ਲੈ ਸਾਹਿਬ ਦੇਵਾਂ ਇਹ ਤੇਰੇ ਪੁੱਤਰ ਹੋਣਗੇ। ਐਸੇ ਪ੍ਰਸੰਗ ਸਤ ਸੰਗਤ ਜੀ ਆਮ ਗ੍ਰੰਥਾਂ ਦੀਆਂ ਲਿਖਤਾਂ 'ਚ ਨਹੀਂ ਆਉਂਦੇ। ਖਿਮਾ ਕਰਨੀ, ਅਸਲੀ ਜਿਹੜਾ ਸਤ ਸੰਗੀ ਗੁਰਮਤਿ ਸਿਧਾਂਤ ਹੈ ਉਹ ਲੁਕਦਾ ਜਾ ਰਿਹਾ ਹੈ। ਇੱਧਰਲੀਆਂ ਉੱਧਰਲੀਆਂ ਜਿੰਨੀਆਂ ਮਰਜ਼ੀ ਮਾਰੀ ਜਾਓ ਸਤ ਸੰਗਤ ਜੀ, ਵਾਹਿਗੁਰੂ ਕਿਰਪਾ ਕਰੇ ਕਦੇ ਵੀ ਗੁਰਬਾਣੀ ਤੋਂ ਦੂਰ ਨਾ ਜਾਈਏ ਜੇ ਸਤ ਸੰਗੀ ਸੰਪੂਰਨ ਲਾਹਾ ਲੈਣਾ ਹੈ। ਸੋ ਜਿਸ ਪ੍ਰਕਾਰ ਇਹ ਪ੍ਰਸੰਗ ਰਚ ਕੇ ਫੇਰ 10ਵੇਂ ਪਾਤਸ਼ਾਹ ਨੇ ਸਤ ਸੰਗਤ ਜੀ ਆ ਚੌਪਈ ਜਿਹੜੀ ਅੱਗੇ ਕਵਿਓ ਬਾਤ ਚੌਪਈ, ਇਹ ਵੀ ਅੱਗੇ ਨਾਲ ਹੀ ਵਿਚਾਰੀ ਹੈ। ਕਵਿਓ ਬਾਤ ਬੇਨਤੀ ਚੌਪਈ। ਕਵੀ ਕੌਣ ਹੈ ਸਤ ਸੰਗਤ ਜੀ? ਨਾਨਕ ਸਾਇਰ ਏਵ ਕਹਤਾ ਸੱਚੇ ਪਰਬਦਗਾਰਾ। ਆਦਿ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਸ਼ਾਇਰ ਕਿਹਾ। ਕਵੀ ਕਹਿ ਲੋ, ਸ਼ਾਇਰ ਕਹਿ ਲੋ, ਇੱਕੋ ਹੀ ਬਚਨ ਹੈ। ਇੱਥੇ ਸਤ ਸੰਗਤ ਜੀ ਉਹ ਨਹੀਂ ਕਹਿਣਾ ਕਿਸੇ ਕਵੀਆਂ ਦੀ ਆ ਗਈ ਜੀ ਬਾਣੀ। ਇਹੋ ਜਿਹੇ ਲੋਕ ਸਤ ਸੰਗਤ ਜੀ ਅਥ ਕਬ ਜਨਮ ਕਥਨੰ, ਜਿੱਥੇ ਕਿਹਾ ਨਾ ਮਹਾਰਾਜ ਨੇ ਖਾਲਸਾ ਜੀ ਮੁਰਪਤ ਪੂਰਵ ਕੀ ਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਨ ਕਰਤ ਬਤੈ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਇਹ ਜਿਹੜੀ ਬਾਣੀ ਉਚਾਰੀ, ਲੇਕਿਨ ਇਹਦੇ ਉੱਤੇ ਆਪ ਨੇ ਸਰਲੇਖ ਦਿੱਤਾ ਅਥ ਕਬ ਜਨਮ ਕਥਨੰ ਚੌਪਈ। ਅਥ ਅਬ ਹੁਣ ਅਸੀਂ ਕਵੀ ਆਪਣੇ ਜਨਮ ਨੂੰ ਕਥਨ ਕਰਦਾ ਹੈ ਕਿਸ ਪ੍ਰਕਾਰ ਹੋਇਆ। ਕੀ ਸਤ ਸੰਗਤ ਜੀ ਸਾਰੀ ਬਾਣੀ ਕਵੀਆਂ ਦੀ ਸਮਝ ਲਈਏ? ਸਾਡੀਆਂ ਮਲੀਨ ਬੁੱਧੀਆਂ ਹੋਣੇ ਕਰਕੇ ਸਤ ਸੰਗਤ ਜੀ ਸਾਡੇ ਭਾਗ ਚੰਗੇ ਨਹੀਂ। ਜੇ ਗੁਰਬਾਣੀ ਤੇ ਸ਼ੰਕਾ ਕਰਕੇ ਸਤ ਸੰਗਤ ਜੀ ਜ਼ਿੰਦਗੀ ਲੰਘ ਗਈ, ਸਾਡੇ ਪੱਲੇ ਕੱਖ ਨਹੀਂ ਰਹਿਣਾ। ਕਵਿਓ ਬਾਚ ਬੇਨਤੀ ਚੌਪਈ, ਇਹ ਸਾਰਾ ਪ੍ਰਸੰਗ ਰਚ ਕੇ ਅਖੀਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚੌਪਈ ਆਪਣੇ ਵੱਲੋਂ ਸਤ ਸੰਗਤ ਜੀ ਉਚਾਰ ਰਹੇ ਨੇ। ਮਹਾਂਕਾਲ ਅਕਾਲ ਪੁਰਖ ਅੰਤਰਜਾਮੀ ਦਾ ਰੂਪ ਆਪ ਵੀ ਨੇ। ਜਿਵੇਂ ਜਦੋਂ ਗੁਰੂ ਨਾਨਕ ਦੇਵ ਜੀ ਗਏ ਸੱਚਖੰਡ, ਵਾਹਿਗੁਰੂ ਵੱਲੋਂ ਹੁਕਮ ਹੋਇਆ ਤੁਸੀਂ ਗੁਰ ਪਰਮੇਸ਼ਰ ਅਸੀਂ ਪਰਮੇਸ਼ਰ, ਅਸੀਂ ਇਕੱਲੇ ਹੀ ਪਰਮੇਸ਼ਰ ਹਾਂ, ਤੁਹਾਡਾ ਸਾਡਾ ਫਰਕ ਨਹੀਂ। ਤੁਸੀਂ ਗੁਰੂ ਪਰਮੇਸ਼ਰ, ਤੁਸੀਂ ਮਾਤ ਲੋਕ ਵਿੱਚ ਜਾ ਕੇ ਦੁਨੀਆ ਨੂੰ ਸਿੱਖਿਆ ਦੇਣੀ ਹੈ ਕਿ ਗੁਰੂ ਧਾਰੇ ਬਿਨਾਂ ਗਤੀ ਨਹੀਂ ਹੁੰਦੀ ਹੈ। ਤੁਸੀਂ ਗੁਰ ਪਰਮੇਸ਼ਰ ਹੋ। ਅਕਾਲ ਪੁਰਖ ਅੰਤਰਜਾਮੀ ਨਾਲੋਂ 10ਵੇਂ ਪਾਤਸ਼ਾਹ ਦਾ ਫਰਕ ਨਾ ਸਮਝ ਲੈਣਾ, ਲੇਕਿਨ ਗੁਰ ਪਰਮੇਸ਼ਰ ਹੋ ਕੇ ਸਤ ਸੰਗਤ ਜੀ ਵਾਹਿਗੁਰੂ ਦੀ ਮਹਿਮਾ ਕੀਤੀ ਹੈ ਆ ਸਾਡੇ ਵਰਗੇ ਜੀਵਾਂ ਨੂੰ ਸਿਖਾਉਣ ਵਾਸਤੇ ਕਿ ਐ ਤੁਸੀਂ ਵੀ ਮਹਿਮਾ ਕਰ ਲਿਓ, ਤੁਹਾਡੀ ਕਲਿਆਣ ਹੋ ਜਾਵੇਗੀ। ਕਵਿਓ ਬਾਚ ਬੇਨਤੀ ਚੌਪਈ, ਆਪ ਦੀ ਬੇਨਤੀ ਰੂਪ ਚੌਪਈ ਉਚਾਰਦੇ ਨੇ 10ਵੇਂ ਪਾਤਸ਼ਾਹ। ਹਮਰੀ ਕਰੋ ਹੱਥ ਦੇ ਰੱਛਾ, ਹੇ ਵਾਹਿਗੁਰੂ ਸਾਡੀ ਹੱਥ ਦੇ ਕੇ ਰੱਖਿਆ ਕਰੋ। ਪੂਰਨ ਹੋਏ ਚਿੱਤੀ ਇੱਛਾ, ਸਾਡੇ ਮਨ ਦੀ ਇੱਛਾ ਪੂਰੀ ਹੋ ਜਾਵੇ। ਕਿਹੜੀ ਇੱਛਾ ਅੱਗੇ ਦੱਸਦੇ ਨੇ? ਸਭ ਚਰਨਨ ਮਨ ਰਹੇ ਹਮਾਰਾ। ਲੋ ਆ ਇੱਛਾ ਤੁਹਾਡੇ ਚਰਨਾਂ 'ਚ ਸਾਡਾ ਮਨ ਲੱਗਿਆ ਰਹੇ, ਇਹ ਸਭ ਤੋਂ ਵੱਡੀ ਇੱਛਾ ਹੈ। ਆਪਣਾ ਜਾਣ ਕਰੋ ਪ੍ਰਤਪਾਰ, ਬਗਾਨੇ ਨਾ ਸਮਝ ਲਿਓ, ਆਪਣਾ ਸਰੂਪ ਜਾਣ ਕੇ ਪਾਲਣਾ ਕਰਿਓ। ਕਲਯੁਗ ਤੁਹਾਡਾ ਹੁਕਮ ਮੰਨ ਕੇ ਆਏ ਹਾਂ। ਹਮਰੇ ਦੁਸ਼ਟ ਸਭੇ ਤੁਮ ਕਾਵੋ, ਜਿੰਨੇ ਮਲੇਸ਼ ਨੇ ਦੁਸ਼ਟ ਨੇ ਰਾਖਸ਼ਾਂ ਨਾਲੋਂ ਘੱਟ ਨਹੀਂ, ਇਹਨਾਂ ਨੂੰ ਸਾਰਿਆਂ ਨੂੰ ਨਾਸ ਕਰੋ। ਆਪ ਹਾਥ ਦੇ ਮੋਹਿ ਬਚਾਵੋ, ਕਿਰਪਾ ਦਾ ਹੱਥ ਦੇ ਕਰਕੇ ਸਾਨੂੰ ਸਾਡੇ ਖਾਲਸੇ ਨੂੰ ਬਚਾਓ। ਸੁਖੀ ਬਸੇ ਮੋਰੋ ਪਰਿਵਾਰ, ਸਾਡਾ ਪਰਿਵਾਰ ਗੁਰੂ ਕਾ ਪਰਿਵਾਰ ਕਿਹੜਾ ਖਾਲਸਾ ਜੀ? ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤਚਾਰ, ਚਾਰ ਮੂਹੇ ਤੋਂ ਕਿਹਾ ਪਿਆ ਜੀਵਤ ਲੱਖ ਹਜ਼ਾਰ। ਆਪਾਂ ਪਰਿਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਹੀਂ ਹਾਂ। ਆਪਣਾ ਜਾਣ ਕਰੋ ਪ੍ਰਤਪਾਰਾ, ਆਪਣਾ ਜਾਣ ਕਰਕੇ ਪਾਲਣਾ ਕਰੋ। ਸੁਖੀ ਵਸੈ ਮੋਰੋ ਪਰਿਵਾਰ, ਸਾਡਾ ਪਰਿਵਾਰ ਗੁਰਸਿੱਖ ਸੰਗਤਾਂ ਸੁਖ ਨਾਲ ਬਸਣ। ਸੇਵਕ ਸਿੱਖ ਸਭੇ ਕਰਤਾਰਾ, ਆ ਦੱਸ ਦਿੱਤਾ ਕਿਹੜਾ ਪਰਿਵਾਰ ਹੈ। ਸਾਡੇ ਸੇਵਕ ਸੇਵਾ ਕਰਨ ਵਾਲੇ, ਸਿੱਖ ਸਿੱਖਿਆ ਲੈਣ ਵਾਲੇ, ਸੇਵਕ ਸਿੱਖ ਸਭੇ ਕਰਤਾਰਾ। ਹੈ ਕਰਤਾ ਪੁਰਖ ਤੇਰੀ ਭਗਤੀ ਕਰਨ ਵਾਲੇ ਜਿੰਨੇ ਸਿੱਖ ਸੇਵਕ ਨੇ ਸਾਡਾ ਪਰਿਵਾਰ ਹੈ। ਮੋਰ ਅੱਛਾ ਨਿਜ ਕਰਦੇ ਕਰੀਏ, ਆਪਣਾ ਕਿਰਪਾ ਦਾ ਹੱਥ ਦੇ ਕੇ ਸਾਡੀ ਰੱਖਿਆ ਕਰੋ। ਸਭ ਬੈਰਨ ਕੋ ਆਜ ਸੰਘਰੀਏ, ਜਿਹੜੇ ਗੁਰਮਤਿ ਤੋਂ ਵਿਰੋਧੀ ਹਨ ਮਲੇਸ਼ ਲੋਕ ਨੇ, ਇਹਨਾਂ ਨੂੰ ਨਾਸ ਕਰੋ, ਸੰਘਾਰੋ ਇਹਨਾਂ ਨੂੰ। ਪੂਰਨ ਹੋਏ ਹਮਾਰੀ ਆਸਾ, ਇਹ ਸਾਡੀ ਆਸਾ ਪੂਰੀ ਹੋ ਜਾਵੇ। ਪੰਥ ਖਾਲਸਾ ਰਚਨਾ ਹੈ, ਤੋਰ ਭਜਨ ਕੀ ਰਹੇ ਪਿਆਸਾ, ਤੁਹਾਡੇ ਭਜਨ ਦੀ ਹਰ ਵੇਲੇ ਪਿਆਸਾ ਬਣੀ ਰਹੇ। ਤੁਮੇ ਛਾੜ ਕੋਈ ਅਵਰ ਨ ਤਿਉ, ਨਾਲ ਹੀ ਦੇਚਾ ਦੱਸਦੇ ਹਨ ਕਿ ਹੇ ਵਾਹਿਗੁਰੂ ਤੈਨੂੰ
ਛੱਡ ਕੇ ਅਸੀਂ ਹੋਰ ਕਿਸੇ ਨੂੰ ਨਹੀਂ ਧਿਆਉਂਦੇ। ਜੋ ਬਰ ਚਾਹੋ ਸੋ ਤੁਮ ਤੇ ਪਾਉ। ਜੋ ਵਰ ਵੀ ਮੰਗਾਂਗੇ ਉਹ ਤੁਹਾਡੇ ਕੋਲੋਂ ਹੀ ਪਾਵਾਂਗੇ। ਸੇਵਕ ਸਿੱਖ ਹਮਾਰੇ ਤਾਰੀਏ। ਜਿੰਨੇ ਸਾਡੇ ਸਿੱਖ ਸੇਵਕ ਨੇ ਇਹਨਾਂ ਨੂੰ ਤਾਰ ਦਿਓ ਮਹਾਰਾਜ। ਸਿੱਖ ਵੀ ਕਦੇ ਨਰਕਾਂ ਨੂੰ ਜਾਂਦੇ ਹੁੰਦੇ ਖਾਲਸਾ ਜੀ? ਜਿਹਦੇ ਗੁਰੂ ਆਪ ਵਾਹਿਗੁਰੂ ਮੂਹਰੇ ਬੇਨਤੀ ਕਰ ਦੇਣ, ਸੇਵਕ ਸਿੱਖ ਹਮਾਰੇ ਤਾਰੀਐ, ਮਹਾਰਾਜ ਸਾਡੇ ਸਾਰੇ ਸਿੱਖ ਸੇਵਕ ਤਾਰ ਦਿਓ। ਚੁਣ ਚੁਣ ਸਤਰ ਹਮਾਰੇ ਮਾਰੀਏ। ਇਹਨਾਂ ਦੇ ਜਿਹੜੇ ਵਿਰੋਧੀ ਕਾਮ ਕ੍ਰੋਧ ਵੀ ਪ੍ਰਤੱਖ ਹਨ, ਉਦਾਂ ਵੀ ਜਿਹੜੇ ਮਨਮਤੀਏ ਲੋਕ ਨੇ ਇਹਨਾਂ ਨੂੰ ਚੁਣ ਚੁਣ ਕੇ ਖਤਮ ਕਰ ਦਿਓ। ਆਪ ਹੱਥ ਦੇ ਮੁਝੇ ਅਬਰੀਏ। ਆਪਣਾ ਕਿਰਪਾ ਦਾ ਹੱਥ ਦੇ ਕੇ ਸਾਨੂੰ ਬਚਾਓ। ਮਰਨ ਕਾਲ ਕਾ ਤਰਾਸ ਨਵਰੀਏ। ਆ ਸਭ ਤੋਂ ਵੱਡਾ ਤਰਾਸ ਭੈ ਖਾਲਸਾ ਜੀ ਮਰਨ ਦਾ ਹੈ, ਹਰ ਇੱਕ ਦੇ ਸਿਰ ਤੇ ਖੜਾ। ਜਗ ਮਰਨ ਨਾ ਭਾਇਆ, ਮਿੰਦ ਤੇ ਆਪ ਲੁਕਾਇਆ, ਮਤ ਜੰਮ ਪਕੜੈ ਲੈ ਜਾਏ ਜੀਓ। ਕਿਸੇ ਨੂੰ ਮਰਨਾ ਭਾਉਂਦਾ ਸਤ ਸੰਗੀ ਫਲਾਤੂ ਵਰਗੇ ਦੇਹਾਂ ਰਚਦੇ ਮਰ ਗਏ ਕਿ ਅਸੀਂ ਬਚ ਜਾਈਏ। ਕਾਲ ਨੂੰ ਬੰਨ ਪਾਵੇ ਨਾ ਬੰਨ ਦੇ ਮਰ ਗਏ ਰੌਣ ਵਰਗੇ ਕੋਈ ਬਚਿਆ ਨਹੀਂ। ਸਤ ਸੰਗ ਜੀ ਰਾਵਣ ਸੇ ਮੈਂ ਰਾਵਣ ਸੇ ਕਟਕਾਨੋ ਸੇ ਪਲ बीच बिछारे। भारत नाद कंपन से जग जंग जुरे जिन से जम हारे। जे जे होते अकटे बिकटे सो कटे कल काल कृपान के मारे। हे महाराज ਸਾਡੇ ਗੁਰਸਿੱਖਾਂ ਨੂੰ ਕਾਲ ਨਾ ਵਿਆਪੇ। ਪੂਜੋ ਸਦਾ ਹਮਾਰੇ ਪੱਛਾ। ਸਦਾ ਵਾਸਤੇ ਸਾਡੇ ਪੱਖ ਵਿੱਚ ਹੋਵੋ ਜੀ। ਸ੍ਰੀ ਅਤੁਜੂ ਕਰਿਓ ਰੱਛਾ। ਸ਼੍ਰੋਮਣੀ ਅਸਤੁਜ ਜੂ। ਸੱਚੇ ਪਾਤਸ਼ਾਹ ਨੇ ਅਵਤਾਰ ਧਾਰਿਆ ਸਤ ਸੰਗਤ ਜੀ ਪੂਰਬ ਦੇ ਇਲਾਕੇ 'ਚ, ਉੱਥੇ ਜੀ ਨੇ ਥੋਂ ਜੂ ਵਰਤਦੇ ਨੇ। ਸ੍ਰੀ ਅਸਤੁਜ ਜੂ, ਹੇ ਤਲਵਾਰ ਦੇ ਨਿਸ਼ਾਨ ਵਾਲੇ ਅਕਾਲ ਪੁਰਖ ਅੰਤਰਜਾਮੀ ਜੀ ਸਾਡੀ ਰੱਖਿਆ ਕਰੋ, ਸਾਡੇ ਪੱਖ 'ਚ ਹੋਵੋ। ਰਾਖ ਲਿਓ ਮੋਇ ਰਾਖਨ ਹਾਰੇ। ਹੇ ਰੱਖਣ ਵਾਲੇ ਹਲਤ ਪਲਤ ਵਿੱਚ ਸਾਨੂੰ ਰੱਖੋ ਮਹਾਰਾਜ। ਸਹਿਬ ਸੰਤ ਸਹਾਇ ਪਿਆਰੇ। ਆਪਣੀ ਸ਼ਰਨ ਵਿੱਚ ਰੱਖੋ, ਆਪ ਸਾਹਿਬ ਮਾਲਕ ਹੋ, ਸੰਤਾਂ ਮਹਾਤਮਾ ਦੇ ਪਿਆਰੇ ਹੋ। ਦੀਨ ਬੰਦ ਦੁਸ਼ਟਨ ਕੇ ਹੰਤਾ। ਗਰੀਬਾਂ ਦੇ ਸੰਬੰਧੀ ਹੋ, ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ ਇਹ ਤੁਹਾਡੇ ਗੁਣ ਹਨ। ਤੁਮ ਹੋ ਪੁਰੀ ਚਤਰ ਦਸ ਕੰਤਾ। ਆਪ ਮਹਾਰਾਜ 14 ਪੁਰੀਆਂ ਦੇ ਕੰਤਪਤੀ ਹੋ। ਕਾਲ ਪੈ ਬ੍ਰਹਮਾ ਬਪ ਤਰਾ। ਇਹ ਜਿਹੜਾ ਬ੍ਰਹਮਾ ਵੱਡਾ ਕਹਾਉਂਦਾ ਮਹਾਰਾਜ ਜਿਹਨੇ ਸੇਠੀ ਰਚੀ ਹੈ, ਇਹਨੇ ਵੀ ਇਹ ਸਮਾਂ ਪਾ ਕੇ ਇਹਨੇ ਸਰੀਰ ਧਾਰਿਆ। ਇਹ ਜੇ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਮਹਿ ਸੋ ਪਾਏ ਖੁਪਾਏ। ਐਸੋ ਧਣੀ ਗੋਬਿੰਦ ਹਮਾਰਾ ਬਨ ਨਾ ਸਾਕੋ ਗੁਣ ਬਸਤਾਰਾ। ਜਿਸਨੇ ਕਰੋੜਾਂ ਬ੍ਰਹਮਾ ਸੇਠੀਆਂ ਸਾਜਣ ਲਾਏ ਹੋਏ ਨੇ, ਕਰੋੜਾਂ ਸ਼ਿਵ ਜੀ ਪੜਨੋਂ ਕਰਨ ਲਾਏ ਹੋਏ ਨੇ। ਆ ਜੰਗ ਦੇ ਵਿੱਚ ਜਿਹੜੇ ਲੁਕਦੇ ਫਿਰਦੇ ਸੀ ਦੇਖ ਹੀ ਲੈ, 10ਵੇਂ ਪਾਤਸ਼ਾਹ ਦਾ ਵਰਣਨ ਹੈ। ਇਸ ਕਰਕੇ ਖਾਲਸਾ ਜੀ ਇਹਨਾਂ ਦੀ ਆਪਾਂ ਨਿੰਦਿਆ ਵੀ ਨਹੀਂ ਕਰਨੀ। ਇਹਨਾਂ ਦੇ ਸਤ ਸੰਗਤ ਜੀ ਆਪਣੇ ਇੱਥੋਂ ਡਿਊਟੀਆਂ ਦੇ ਰਹੇ ਨੇ, ਵਾਹਿਗੁਰੂ ਦੀ ਆਗਿਆ ਅਨੁਸਾਰ ਆਪਣਾ ਕੀ ਉਹਦੇ ਚ ਹੈਗਾ। ਲੇਕਿਨ ਇਹ ਗੁਰਬਾਣੀ ਦੇ ਸਿਧਾਂਤ ਤੋਂ ਪਤਾ ਲੱਗਦਾ, ਹੇ ਮਹਾਰਾਜ ਸਾਡੇ ਗਰੀਬਾਂ ਤੇ ਬੜਾ ਹੀ ਤਰਸ ਕੀਤਾ ਤੁਸੀਂ। 10 ਜੋਤਾਂ 'ਚ ਵਰਤ ਕੇ ਸਾਨੂੰ ਵਾਹਿਗੁਰੂ ਦੇ ਨਾਲ ਲੜ ਲਾ ਦਿੱਤਾ। ਦੁਨੀਆ ਤਰਸਦੀ ਫਿਰਦੀ, ਸਾਰੀ ਭੁੱਲੀ ਫਿਰਦੀ। ਇਹ ਸਤ ਸੰਗਤ ਜੀ ਸਦਾ ਹੀ ਆਪਾਂ ਰਿਣੀ ਹਾਂ ਗੁਰੂ ਘਰ ਦੇ। ਸੋ ਆਪ ਜੀ ਕਹਿੰਦੇ ਨੇ ਕਾਲ ਸਮਾਂ ਆਇਆ ਤੇ ਬ੍ਰਹਮਾ ਨੇ ਸਰੀਰ ਧਾਰਿਆ। ਕਾਲ ਪਾਏ ਸਿਵਜੂ ਅਵਤਰ। ਸਮਾਂ ਆਇਆ ਤੇ ਸ਼ਿਵ ਜੀ ਦੇ ਨੇ ਜਨਮ ਲਿਆ, ਅਵਤਾਰ ਧਾਰਿਆ ਇਸਨੇ। ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਸਮੇਂ ਅਨੁਸਾਰ ਹੀ ਸ਼ਿਵ ਜੀ ਪ੍ਰਗਟ ਹੋਏ, ਵਿਸ਼ਨੂੰ ਪ੍ਰਗਟ ਹੋਇਆ। ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਸਾਰਾ ਕਾਲ ਦੇ ਅਧੀਨ ਹਨ, ਜਿੰਨੇ ਦੇਵੀ ਦੇਵਤੇ ਹਨ। ਮਹਾਰਾਜ ਤੁਸੀਂ ਇਹ ਰਚਨਾ ਰਚੀ ਤਮਾਸ਼ਾ। ਜਵਨ ਕਾਲ ਜੋਗੀ ਸਭ ਕੀਓ। ਜਿਸ ਅਕਾਲ ਪੁਰਖ ਅੰਤਰਜਾਮੀ ਜਿਸ ਸਮੇਂ ਅਨੁਸਾਰ ਜੋਗੀ ਖਵਾਉਣ ਵਾਲੇ ਸ਼ਿਵ ਜੀ ਨੂੰ ਤੁਸੀਂ ਅਦਭੁਤ ਕੀਤਾ। ਵੇਦ ਰਾਜ ਬ੍ਰਹਮਾ ਜੋਥੀਓ। ਵੇਦਾਂ ਦੇ ਰਾਜ ਭੇਤ ਨੂੰ ਜਾਣਨ ਵਾਲਾ ਬ੍ਰਹਮਾ ਵੀ ਉਤਪਤ ਹੋਇਆ। ਜਮਨ ਕਾਲ ਸਭ ਲੋਕ ਸਵਾਰਾ। ਜਿਸ ਕਾਲ ਦੇ ਚੱਕਰ ਦੇ ਅਧੀਨ ਤੁਸੀਂ ਸਾਰੀ ਸੇਟੀ ਨੂੰ ਰਚ ਦਿੱਤਾ। ਨਮਸਕਾਰ ਹੈ ਤਾਹੇ ਹਮਾਰਾ। हे ਵਾਹਿਗੁਰੂ ਤੂੰ ਕਾਲ ਦੇ ਅਧੀਨ ਨਹੀਂ। ਕਾਲ ਨ ਕੋ ਕਾਲ ਮਹਾ ਕਾਲ ਨ ਕੋ ਕਾਲ ਹੈ। ਅਕਾਲ ਪੁਰਖ ਅੰਤਰਜਾਮੀ ਹੈ, ਤੈਨੂੰ ਨਮਸਕਾਰ ਹੈ। ਜਵਨ ਕਾਲ ਸਭ ਜਗਤ ਬਣਾਇਓ। ਜਿਸ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਤੈਂ ਕਾਲ ਦੇ ਅਧੀਨ ਹੋ ਕਰਕੇ ਸਾਰੀ ਸੇਟੀ ਰਚੀ। ਦੇਵ ਦੈਤ ਜਸ਼ਨ ਉਪਜਾਇਓ। ਦੇਵਤੇ ਪੈਦਾ ਕੀਤੇ, ਦੈਂਤ ਪੈਦਾ ਕੀਤੇ। ਜੱਚ ਸਤ ਸੰਗਤ ਜੀ ਦੇਵਤਿਆਂ ਦੇ ਰਾਗੀਆਂ ਵਿੱਚੋਂ ਨੇ ਜਿਹੜੇ ਇਹ ਦੇਵਤਿਆਂ ਦੀਆਂ ਸਤ ਸੰਗਤ ਜੀ ਰਾਗੀ ਨੇ ਨਾ, ਜਿਸ ਵੇਲੇ ਰਾਗ ਲਾਪ ਦੇ ਦੇਵ ਲੋਕ ਵਿੱਚ ਗੰਧਰਵਾਂ ਨੂੰ ਰਾਗੀ ਕਹਿੰਦੇ ਨੇ, ਜਿਹੜੇ ਰਾਗ ਲਾਪਣ। ਇਸ ਤਰ੍ਹਾਂ ਜੱਚ ਹੁੰਦੇ ਸਤ ਸੰਗਤ ਜੀ ਨਾਚ ਕਰਨ ਵਾਲੇ। ਨਿਰਤ, ਬਾਦਤ, ਨਿਰਤ, ਗਾਇਨ 3 ਆਈਟਮਾਂ ਹਨ। ਗੁਰੂ ਘਰ ਵਿੱਚ ਸਤ ਸੰਗਤ ਨੱਚਣ ਦੀ ਆਗਿਆ ਨਹੀਂ ਹੈ। ਬਾਜਾ ਸਤ ਸੰਗਤ ਜੀ ਵਜਾਉਣਾ, ਰਾਗ ਗਾਇਨ ਕਰਨਾ, ਇਹ ਰਾਗੀ ਸਿੰਘਾਂ ਨੂੰ ਸਤ ਸੰਗਤ ਜੀ ਮਹਾਰਾਜ ਨੇ ਬਖਸ਼ਾਂ ਕੀਤੀਆਂ। ਸੋ ਇਸੇ ਤਰ੍ਹਾਂ ਗੁਰਸਿੱਖੋ ਇਹ ਜੇ ਜੱਚ ਨੇ ਨਾ, ਇਹ ਸਾਰੇ
ਨਿਰਤਕਾਰੀ ਕਰਦੇ ਆ ਦੇਵ ਸਭਾ ਦੇ ਅੰਦਰ। ਪੜੋ ਇਹੀ ਪੰਕਤੀ। ਦੇਵ ਦੈਤ ਜਸ਼ਨ ਉਪਜਾਇਓ ਇਹ ਸਾਰੇ ਮਹਾਰਾਜ ਦੇਵਤੇ ਦੈਂਤ ਜੱਜ ਆਦਿਕ ਪੈਦਾ ਕੀਤੇ ਤੁਸੀਂ। ਆਦਿ ਅੰਤ ਇੱਕ ਅਵਤਾਰਾ ਸ੍ਰਿਸ਼ਟੀ ਦੇ ਆਦ ਵਿੱਚ ਵੀ ਅੰਤ ਵਿੱਚ ਵੀ ਇੱਕੋ ਇੱਕ ਮਹਾਰਾਜ ਤੁਸੀਂ ਅਵਤਾਰ ਰੱਖਤੀ ਅਵਤਾਰਾ। ਵਿਪਤਾ ਤੋਂ ਰੱਖਣ ਵਾਲਿਓ ਸਾਰਿਆਂ ਨੂੰ ਅਵਤਾਰ ਧਾਰ ਕੇ। ਸੋਈ ਗੁਰੂ ਸਮਝਿਓ ਹਮਾਰਾ ਇਹ ਖਾਲਸਾ ਜੀ ਉਹ ਸਾਡਾ ਅਕਾਲ ਪੁਰਖ ਅੰਤਰਜਾਮੀ ਗੁਰੂ ਸਮਝਿਓ। ਵੇਦ ਜੇ ਵੇਦ ਕਤੇਬ ਨਾ ਭੇਦ ਲਖਿਓ ਸੋਈ ਗੁਰੂ ਗੁਰ ਮੋਹਿ ਬਤਾਇਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਗੁਰੂ ਨਾਨਕ ਦੇਵ ਜੀ ਨੂੰ ਅਕਾਲ ਪੁਰਖ ਅੰਤਰਜਾਮੀ ਗੁਰੂ ਮਿਲਿਆ ਹੈ। ਨਮਸਕਾਰ ਤਿਸ ਹੀ ਕੋ ਹਮਾਰੀ ਤਿਸ ਵਾਹਿਗੁਰੂ ਨੂੰ ਸਾਡੀ ਇੱਕ ਨਮਸਕਾਰ ਹੈ। ਸਕਲ ਪਰਜਾ ਜਿਨ ਆਪ ਸਵਾਰੀ ਜਿਸ ਨੇ ਸਾਰੀ ਸ੍ਰਿਸ਼ਟੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇ ਕਰਕੇ ਸਵਾਰੀ ਰਚੀ ਹੈ। ਸੇਵਕਨ ਕੋ ਸਭ ਗੁਣ ਸੁਖ ਦਿਓ ਇਹ ਵਾਹਿਗੁਰੂ ਤੂੰ ਸੇਵਕਾਂ ਨੂੰ 100 ਗੁਣਾ ਸੁਖ ਦਿੱਤੇ ਹਨ। ਸਤਰਨ ਕੋ ਪਲ ਮੋਹ ਬਦ ਕੀਓ ਬੈਰੀਆਂ ਨੂੰ ਇੱਕ ਪਲ ਦੇ ਅੰਦਰ ਆਪ ਜੀ ਮਹਾਰਾਜ ਨਾਸ਼ ਕਰ ਦਿੰਦੇ ਹੋ। ਘਟ ਘਟ ਕੇ ਅੰਤਰ ਕੀ ਜਾਣਤ ਘਟਾਂ ਘਟਾਂ ਦੇ ਸਰੀਰਾਂ ਦੇ ਅੰਦਰ ਜਿਹੜੇ ਹਿਰਦੇ ਨੇ ਉਹਨਾਂ ਦੇ ਅੰਦਰ ਦੀ ਜਾਣਨ ਵਾਲੇ ਅੰਤਰਜਾਮੀ ਹੋ। ਭਲੇ ਬੁਰੇ ਕੀ ਪੀਰ ਪਛਾਣਤ ਜਿੰਨੇ ਭਲੇ ਬੁਰੇ ਸੰਕਲਪ ਉੱਠਦੇ ਨੇ ਸਤ ਸੰਗਤ ਜੀ ਹਿਰਦਿਆਂ ਦੇ ਅੰਦਰ ਸਭ ਦੀ ਪੀੜਾ ਜਾਣਦੇ ਹੋ। ਚੀਟੀ ਤੇ ਕੰਚਰ ਅਸਥੂਲਾ ਇਹ ਵਾਹਿਗੁਰੂ ਚੀਟੀ ਤੀ ਜਿਹੜੇ ਹਾਥੀ ਕੀ ਪੁਕਾਰ ਪਰ ਪਚ ਪਹੁੰਚੇ ਤਾਹੇ ਚੀਟੀ ਕੀ ਪੁਕਾਰ ਪਹਿਲੇ ਹੀ ਸੁਨੀਅਤ ਹੈ। ਤੇਰੇ ਦਰ ਦੇ ਅੰਦਰ ਮਹਾਰਾ ਕੀੜੀ ਦੀ ਆਵਾਜ਼ ਕਹਿੰਦੇ ਪਹਿਲਾਂ ਸੁਣ ਪੈਂਦੀ ਹੈ। ਹਾਥੀ ਦੀ ਚੀਖ ਹਲੇ ਸੁਣਦੀ ਮਗਰੋਂ ਹੀ ਆ। ਭਾਵੇਂ ਕੋਈ ਕੀੜੀ ਦੀ ਨਹੀਂ ਆਈ ਸਤ ਸੰਗਤ ਜੀ ਗਰੀਬ ਹੈ। ਭਾਵੇਂ ਹਾਥੀ ਦੀ ਨਹੀਂ ਆਈ ਕੋਈ ਹੰਕਾਰੀ ਹੈ। ਸਾਰਿਆਂ ਤੇ ਮਹਾਰਾਜ ਤੂੰ ਇੱਕੋ ਜੀ ਦ੍ਰਿਸ਼ਟੀ ਦੇਖਦਾ ਹੈ। ਸਭਾ ਕਿਰਪਾ ਦ੍ਰਿਸ਼ਟ ਕਰ ਫੂਲਾ ਪ੍ਰਫੁੱਲਤ ਹੋ ਰਿਹਾ ਹੈ। ਸਾਰਿਆਂ ਤੇ ਕਿਰਪਾ ਦ੍ਰਿਸ਼ਟੀ ਕਰਦਾ ਹੈ। ਸੰਤਨ ਦੁਖ ਪਾਏ ਤੇ ਦੁਖੀ ਇਹ ਵਿਸ਼ੇਸ਼ਤਾ ਹੀ ਹੈ। ਜੇ ਸੰਤ ਦੁਖੀ ਹੋਣ ਤਾਂ ਤੇਰਾ ਹਿਰਦਾ ਪਹਿਲਾਂ ਦੁਖਣ ਲੱਗ ਜਾਂਦਾ ਹੈ। ਭਗਤ ਜਨਾ ਕੇ ਸਾਥ ਨਿਹਾਰ ਹੈ। ਭਗਤਾਂ ਦੇ ਸਵਾਸਾਂ ਵੱਲ ਦੇਖਦਾ ਰਹਿੰਦਾ ਪਰਮੇਸ਼ਰ ਕਿਤੇ ਕੋਈ ਔਖਾ ਤਾਂ ਨਹੀਂ ਆਉਂਦਾ। ਇਤਨਾ ਸਤਸੰਗ ਜੀ ਪਿਆਰ ਹੈ। ਸੁਖ ਪਾਏ ਸਾਧਨ ਕੇ ਸੁਖੀ ਜਿੰਨੇ ਸਾਧਨ ਕਰਨ ਵਾਲੇ ਸਾਧੂ ਸੰਤ ਨੇ ਤੇਰੀ ਓਟ ਲੈ ਕਰਕੇ ਸੁਖੀ ਹਨ ਸੁਖ ਪਾਉਂਦੇ ਨੇ। ਇੱਕ ਕੀ ਪੀਰ ਪਛਾਨੇ ਉਹ ਜਦੋਂ ਸੁਖ ਲੈਂਦੇ ਨੇ ਤੂੰ ਵੀ ਉਸ ਵੇਲੇ ਪ੍ਰਸੰਨ ਹੁੰਨਾ ਸੁਖੀ ਹੁੰਨਾ। ਜਿਵੇਂ ਪੁੱਤਰ ਦੇ ਸੱਸ ਦੀ ਹੱਸਣ ਨਾਲ ਮਾਤਾ ਪਿਤਾ ਦੇ ਅੰਦਰ ਦੀ ਖੁਸ਼ੀ ਹਜ਼ਾਰਾਂ ਗੁਣਾ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਡਾ ਪੁੱਤਰ ਖੁਸ਼ ਹੈ। ਇੱਕ ਹੀ ਪੀਰ ਪਛਾਨੈ ਕੱਲੇ ਕੱਲੇ ਦੀ ਪੀੜਾ ਹਿਰਦੇ ਦੀ ਜਾਣਦਾ ਪਛਾਣਦਾ ਹੈ। ਘਟ ਘਟ ਕੇ ਪਟ ਪਟ ਕੀ ਜਾਣੇ ਘਟ ਘਟ ਸਰੀਰ ਦੇ ਘਟ ਹਿਰਦੇ ਜਿਹੜੇ ਹਨ ਉਹਨਾਂ ਦੇ ਪਟ ਪੜਦਿਆਂ ਦੀ ਵੀ ਜਾਣਦਾ ਹੈ ਅੰਦਰਲੀ। ਜਬ ਉਦਕਰ ਕਰਾ ਕਰਤਾਰਾ ਜਦੋਂ ਮਾਰਾ ਉਦਕਰਖ ਨਾ ਹੁੰਦਾ ਸਤ ਸੰਗਤ ਜੀ ਫੁਰਨਾ ਕਰਨਾ ਕੀਤਾ ਪਸਾਓ ਏਕੋ ਕੋ ਆਓ। ਉਦਕਰਖ ਨਾ ਹੁੰਦਾ ਸਤ ਸੰਗਤ ਜੀ ਓੰਕਾਰ ਉਤਪਾਤੀ ਕੀਆ ਦਿਨ ਸਬਰਾਤੀ। ਜਦੋਂ ਸੰਕਲਪ ਕੀਤਾ ਬ੍ਰਹਮ ਨੇ ਓੰਕਾਰ ਕਿਹਾ ਨਹੀਂ ਤੇ ਸ੍ਰਿਸ਼ਟੀ ਪੈਦਾ ਹੋਈ ਨਹੀਂ। ਸੋ ਜਿਸ ਵੇਲੇ ਸਤ ਸੰਗਤ ਆਕਰਖਣ ਕਰਦਾ ਹੈ ਅਨੇਕ ਹੈ ਫਿਰ ਏਕ ਹੈ। ਜਦੋਂ ਸਾਰੀ ਸ੍ਰਿਸ਼ਟੀ ਨੂੰ ਸਮੇਟਣਾ ਚਾਹੇ ਉਸ ਵੇਲੇ ਏਕੋ ਹੰ ਬਹੁ ਸਿਆਮਾ ਪਰਜਾ ਜਾਏ ਤੇ ਜਦੋਂ ਸ੍ਰਿਸ਼ਟੀ ਪੈਦਾ ਕਰਦੀ ਹੈ ਉਦੋਂ ਕਹਿੰਦੇ ਏਕੋ ਹੰ ਬਹੁ ਪਰਮ ਇੱਕ ਤੋਂ ਮੈਂ ਬਹੁਤੇ ਹੋ ਜਾਵਾਂ। ਉਸੇ ਵੇਲੇ ਸ੍ਰਿਸ਼ਟੀ ਸਤ ਸੰਗੀ ਬ੍ਰਹਮਾ ਦੇਵਤਿਆਂ ਦੁਆਰਾ ਪ੍ਰਗਟ ਕਰ ਲੈਂਦਾ ਹੈ। ਜਦ ਆਕਰਖ ਕਰਤ ਹੋ ਕਮੂ ਆਕਰਖ ਨਾ ਆਉਂਦਾ ਖਿੱਚਣ ਦਾ। ਜਿਸ ਵੇਲੇ ਆਪਣੇ ਸੰਕਲਪ ਨੂੰ ਖਿੱਚ ਲੈਂਦਾ ਸਾਰੀ ਸ੍ਰਿਸ਼ਟੀ ਸਤ ਸੰਗੀ ਵਾਹਿਗੁਰੂ ਦਾ ਸੰਕਲਪ ਹੈ। ਜੇ ਕਹੀਏ ਵੀ ਉਹਨੇ ਇੰਨਾ ਸੰਕਲਪ ਇਸ ਤਰ੍ਹਾਂ ਕਿਨੇ ਸੁਪਨੇ ਚ ਆਪਾਂ ਸ੍ਰਿਸ਼ਟੀ ਬਣਾ ਲੈਂਦੇ ਉਹ ਕਿਵੇਂ ਬਣਾ ਲੈਂਦੇ ਆ। ਜੇ ਉਹ ਝੂਠੀ ਆ ਤਾਂ ਇਹ ਵੀ ਝੂਠੀ ਆ ਖਾਲਸਾ ਜੀ। ਹੇ ਵਾਹਿਗੁਰੂ ਤੂੰ ਆਪਣੇ ਫੁਰਨੇ ਨਾਲ ਹੀ ਸ੍ਰਿਸ਼ਟੀ ਉਤਪਤ ਕਰ ਦਿੰਦਾ ਫੁਰਨੇ ਨਾਲ ਹੀ ਮੇਟ ਲੈਂਦਾ ਹੈ। ਪਰਜਾ ਧਰਤ ਤਬ ਦੇਹ ਅਪਾਰਾ ਜਦੋਂ ਚਾਹੇ ਮਹਾਰਾਜ ਜਿੰਨੀ ਪਰਜਾ ਦੇਹਾਂ ਧਾਰ ਲੈਂਦੀ ਆ ਪਾਰ। ਜਬ ਆਕਰਖ ਕਰਤ ਹੋ ਕਬੂ ਜਦੋਂ ਚਾਹੁੰਦਾ ਹੈ ਕਿ ਮੈਂ ਇੱਕ ਅਨੇਕ ਤੋਂ ਏਕ ਹੋ ਜਾਵਾਂ ਉਸ ਵੇਲੇ ਫੁਰਨਾ ਕਰ ਲੈਣਾ ਏਕਤਾ ਦਾ। ਤੁਮ ਮੈਂ ਮਿਲਤ ਦੇਹ ਧਰ ਸਭੂ ਜਿੰਨੇ ਦੇ ਧਾਰੀ ਜੀਵ ਨੇ ਤੇਰੇ ਚ ਅਭੇਦ ਹੋ ਜਾਂਦੇ ਆ। ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਜਿਤਨੇ ਮਹਾਰਾਜ ਸ੍ਰਿਸ਼ਟੀ ਦੇ ਗਿਆਨਵਾਨ ਸਿਆਣੇ ਸਿਆਣੇ ਵਿਦਵਾਨ ਲੋਕ ਨੇ ਮੁਖ ਧਾਰਦੇ ਆਪ ਆਪਣੀ ਬੂਝ ਉਚਾਰੇ ਉਹ ਆਪੋ ਆਪਣੀ ਸਮਝ ਅਨੁਸਾਰ ਤੇਰੀ ਉਸਤਤੀ ਕਰੀ ਜਾਂਦੇ ਨੇ। ਤੁਮ ਸਭ ਹੀ ਤੇ ਰਹਿਤ ਨਿਰਾਲਮ ਲੇਕਿਨ ਤੂੰ ਸਾਰਿਆਂ ਤੋਂ ਨਿਰਲੇਪ ਹੈ। ਜਾਣਤ ਭੇਦ ਭੇਦ ਅਰਿਆਲਮ ਤੈਨੂੰ ਸੰਪੂਰਨ ਮਹਾਰਾਜ ਵੇਦ ਵੀ ਭੇਦ ਨਹੀਂ ਤੇਰਾ ਜਾਣ ਸਕਦੇ। ਬ੍ਰਹਮਾ ਵੀ ਜਾਣ ਨਹੀਂ ਸਕਦਾ ਹੈ।
ਇਸੇ ਤਰ੍ਹਾਂ ਆਲਮ ਵਿਦਵਾਨ ਲੋਕ ਵੀ ਤੇਰੇ ਸੰਪੂਰਨ ਭੇਤ ਨੂੰ ਨਹੀਂ ਪਾ ਸਕਦੇ। ਨਿਰੰਕਾਰ ਨਿਰਭਕਾਰ ਨਿਰਲੰਭ ਆਪ ਸੱਚੇ ਪਾਤਸ਼ਾਹ ਵਿਕਾਰਾਂ ਤੋਂ ਰਹਿਤ ਹੈ, ਤੇਰੇ 'ਚ ਕੋਈ ਵਿਕਾਰ ਨਹੀਂ, ਪ੍ਰਣਾਮ ਭਾਵ ਨੂੰ ਪ੍ਰਾਪਤ ਨਹੀਂ ਹੁੰਦਾ ਹੈ। ਇਸੇ ਤਰ੍ਹਾਂ ਫਿਰ ਉਹ ਪੰਕਤੀ ਇਹੀ, ਨਿਰੰਕਾਰ ਨਿਰਭਕਾਰ ਨਿਰਲੰਭ ਆਪ ਨਿਰਲੰਭ, ਤੇਰਾ ਕੋਈ ਆਸਰਾ ਨਹੀਂ, ਤੂੰ ਕਿਸੇ ਦਾ ਆਸਰਾ ਨਹੀਂ ਲੈਂਦਾ ਹੈ। ਇਸੇ ਕਰਕੇ ਉਸ ਨੂੰ ਵਾਹਿਗੁਰੂ ਕਹੀਦਾ ਹੈ। ਆਪ ਨਿਰਾਧਾਰ ਹੋਵੇ, ਦੂਸਰਿਆਂ ਨੂੰ ਆਸਰਾ ਦੇਣ ਵਾਲਾ ਹੋਵੇ। ਸੋ ਸਤ ਸੰਗਤ ਜੀ, ਆਪ ਉਤਪਤੀ ਤੋਂ ਰਹਿਤ ਹੋਵੇ, ਸਾਰਿਆਂ ਨੂੰ ਉਤਪਤ ਕਰਨ ਵਾਲਾ ਹੋਵੇ, ਉਹਨੂੰ ਕਹਿੰਦੇ ਆ ਵਾਹਿਗੁਰੂ ਅਚਰਜ ਰੂਪ ਹੈ। ਨਿਰੰਕਾਰ ਮਾਇਕੀ ਕਾਰਾਂ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਸੰਭ ਆਦ ਅਨੀਲ, ਨੀਲ ਅਗਿਆਨ ਦਾ ਤੇਰੇ ਅੰਦਰ ਕੋਈ ਦਾਗ ਨਹੀਂ ਹੈ। ਨੀਲ ਸਤ ਸਮਝੀ ਸੰਖਿਆ ਦਾ ਨਾਮ ਵੀ ਹੈ, ਪਦਮ ਨੀਲ ਆਦਿਕ ਗਿਣਤੀ ਆਉਂਦੀ ਹੈ। ਆਦ ਹੈ, ਗਿਣਤੀ ਤੋਂ ਰਹਿਤ ਹੈ। ਆਦ ਅਨੀਲ ਅਨਾਦ ਅਸੰਭ। ਸੋ ਸਤ ਸੰਗਤ ਜੀ, ਤੈਨੂੰ ਕੋਈ ਸਾਂਭ ਨਹੀਂ ਸਕਦਾ ਹੈ, ਕੋਈ ਕੰਟਰੋਲ ਚ ਨਹੀਂ ਕਰ ਸਕਦਾ। ਤਾਕਾ ਮੋਹੜ ਅਚਾਰਤ ਭੇਦਾ ਆਪ ਜੀ ਦਾ ਮਹਾਰਾਜ, ਜਿਹੜੇ ਮੂਰਖ ਲੋਕ ਨੇ ਬੁੱਧੀ ਦੀ ਚਤਰਾਈ ਨਾਲ ਤੁਹਾਡਾ ਭੇਤ ਲੈਣਾ ਚਾਹੁੰਦੇ ਨੇ। ਜਿਵੇਂ ਸਤ ਸੰਗਤ ਜੀ, ਦਰਿਆ 999 ਨਦੀ ਸਮੁੰਦਰ ਚ ਪੈਂਦੀ, ਸਮੁੰਦਰ ਦੀ ਡੂੰਘਾਈ ਨਹੀਂ ਮਿਲ ਸਕਦੀ, ਉਹਦੇ ਵਿੱਚ ਅਭੇਦ ਹੋ ਸਕਦੀ ਹੈ। ਵਾਹਿਗੁਰੂ ਦਾ ਅੰਤ ਲੈਣ ਵਾਸਤੇ ਭਗਤੀ ਨਹੀਂ ਕਰੀਦੀ, ਵਾਹਿਗੁਰੂ ਦੇ ਚ ਭੇਦ ਹੋਣ ਵਾਸਤੇ ਭਗਤੀ ਕਰੀਦੀ ਆ। ਜਾ ਕੋ ਪੇਵ ਨ ਪਾਵਤ ਬੇਦਾ ਵੇਦ ਵੀ ਸਤ ਸੰਗਤ ਜੀ ਇਸਦਾ ਭੇਤ ਨਹੀਂ ਪਾ ਸਕਦੇ। ਤਾਕੋ ਕਰ ਪਾਣ ਅਨਮਾਨਤ ਉਸ ਵਾਹਿਗੁਰੂ ਨੂੰ ਮਨ ਬੱਤੀਏ ਲੋਕ ਪੱਥਰ ਕਰਕੇ ਮੰਨਦੇ। ਮਹਾ ਮੋੜ ਕਛ ਭੇਦ ਨ ਜਾਣਤ ਉਹ ਮਹਾ ਮੂਰਖ ਨੇ ਜਿਹੜੇ ਇਹ ਜੇ ਭਗਵਾਨ ਨੂੰ ਸਤ ਸੰਗਤ ਜੀ ਪੱਥਰ ਕਰਕੇ ਪੂਜਦੇ। ਮਹਾਦੇਵ ਕਉ ਕਹਿਤ ਸਦਾ ਸਿਵ ਹੋਰ ਨਹੀਂ ਤਾਂ ਹੋਰ ਮਹਾਦੇਵ ਸ਼ਿਵ ਜੀ ਨੂੰ ਹੀ ਸਦਾ ਸ਼ਿਵ ਕਹਿਣ ਲੱਗੇ ਕਿ ਸਦਾ ਰਹਿਣ ਵਾਲਾ ਕਲਿਆਣ ਸਰੂਪ ਹੈ। ਨਿਰੰਕਾਰ ਕਾ ਚੀਨਤ ਨਹਿ ਪਵ ਮਾਇਕੀ ਕਾਰਾਂ ਤੋਂ ਰਹਿਤ ਪਰਮੇਸ਼ਰ ਦਾ ਭੇਤ ਨਹੀਂ ਜਾਣਦੇ। ਆਪ ਆਪਣੀ ਬੁੱਧ ਹੈ ਜੇਤੀ ਆਪੋ ਆਪਣੀ ਜਿਹੀ ਜੀ ਬੁੱਧੀ ਦਿੱਤੀ ਹੈ ਪਰਮੇਸ਼ਰ ਨੇ। ਵਰਨਤ ਪਿੰਨ ਪਿੰਨ ਤੋਹਿ ਤੇਤੀ ਇਹ ਵਾਹਿਗੁਰੂ ਤੈਨੂੰ ਉਸੇ ਤਰ੍ਹਾਂ ਲੋਕ ਵਰਣਨ ਕਰੀ ਜਾਂਦੇ ਆ, ਤੂੰ ਬੁੱਧੀ ਦੇ ਅਧੀਨ ਨਹੀਂ। ਇੰਦਰੀਆ ਪੈ ਜਰਥਾ ਜਰਥੰ ਪਰੰ ਭਇਆ ਮਨਾ ਮਨ ਸਤੂ ਬੁੱਧੀ ਬਧੇਰ ਆਤਮਾ ਮਹਾਨ ਪਰਾ। ਬੁੱਧੀ ਦਾ ਵਿਸ਼ਾ ਉਹ ਨਹੀਂ ਹੈ। ਤੁਮਰਾ ਲਖਨ ਜਾਏ ਪਸਾਰਾ ਇਹ ਵਾਹਿਗੁਰੂ ਤੇਰਾ ਪਸਾਰਾ ਜਾਣਿਆ ਨਹੀਂ ਜਾਂਦਾ। ਇਹ ਬਿਲ ਸਜਾ ਪ੍ਰਥਮ ਸੰਸਾਰ ਆ ਸਾਰਾ ਪ੍ਰਥਮ ਸੰਸਾਰ ਕਿਵੇਂ ਰਚਿਆ ਤੇ ਕੋਈ ਅੰਤ ਨਹੀਂ ਪਾ ਸਕਦਾ। ਏਕੇ ਰੂਪ ਅਨੂਪ ਸਰੂਪਾ ਇਹ ਵਾਹਿਗੁਰੂ ਆਪਣੀ ਮੌਜ ਵਿੱਚ ਇੱਕ ਰੂਪ ਵਿੱਚ ਹੀ ਸਜ ਰਿਹਾ ਹੈ, ਕਈ ਵਾਰੀ ਅਨੇਕਾਂ ਸਰੂਪ ਧਾਰਦਾ ਹੈ। ਰੰਗ ਪਇਓ ਰਾਵ ਕਹੀਂ ਪੂਪਾ ਕਿਤੇ ਗਰੀਬ ਵੀ ਆਪ ਹੋ ਰਹੇ ਹੈ, ਅਮੀਰ ਵੀ ਆਪ ਹੋ ਰਹੇ ਹੈ, ਰਾਜਾ ਵੀ ਆਪ ਹੋ ਰਹੇ ਹੈ, ਪ੍ਰਜਾ ਵੀ ਆਪ ਹੋ ਰਹੇ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ-ਰੰਗੀ ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਅੰਡਜ ਜੇਰ ਸੇਤ ਯਕੀਨੀ ਚਾਰੇ ਖਾਣੀਆਂ ਤੈਂ ਕਰ ਦਿੱਤੀਆਂ, ਅੰਡਜ ਜੇਰ ਸੇਤ ਜਾਦਕ। ਉਤਪਜ ਖਾਨ ਬਹੁ ਰਚ ਦੀਨੀ ਆ ਖਾਣੀ ਹੈ ਜਿਹੜੀ ਉਤਪਜ ਬਿਰਸ਼ਾਦਕ ਰਚ ਦਿੱਤੇ। ਕਹੂੰ ਫੂਲ ਰਾਜਾ ਹੋਏ ਬੈਠਾ ਕਿਤੇ ਪ੍ਰਫੁੱਲਤ ਹੋ ਕੇ ਤਖਤਾਂ ਤੇ ਸੁਭਾਏ ਮਨ ਹੈ, ਧਰਮੀ ਰਾਜਾ ਖਵਾਉਂਦਾ। ਕਹੂੰ ਸਿਮੜ ਭਇਓ ਸ਼ੰਕਰ ਇਕੱਠਾ ਕਿਤੇ ਸ਼ਿਵ ਜੀ ਨੂੰ ਆਗਿਆ ਦੇ ਕਰਕੇ ਅਗਨ ਆਂਖ ਖੋਲ ਦਿੰਦਾ, ਮੱਥੇ ਦੀ ਸਾਰੀ ਨੂੰ ਭਸਮ ਕਰਾ ਦਿੰਦਾ। ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਸਾਰੀ ਸ੍ਰਿਸ਼ਟੀ ਨੂੰ ਉਸਚਰਜਤਾਈ ਦਿਖਾ ਦਿੱਤੀ। ਆਦ ਜੁਗਾਦ ਸਰੂਪ ਚ ਸ਼ੰਭਵ ਆਪ ਸਵੰਗ ਪਵ ਸੁਤੇ ਪ੍ਰਕਾਸ਼ ਹੈ, ਆਦ ਜੁਗਾਦ ਸਦਾ ਸਦਾ ਰਹਿਣ ਵਾਲਾ ਹੈ। ਅਬ ਰੱਛਾ ਮੇਰੀ ਤੁਮ ਕਰੋ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਵਾਹਿਗੁਰੂ ਸਾਡੀ ਰੱਖਿਆ ਕਰੋ। ਇਸ ਵੇਲੇ ਕਲਯੁਗ ਦੇ ਵਿੱਚ ਅਸੀਂ ਗੁਰੂ ਨਾਨਕ ਦੇਵ ਜੀ ਦਾ 10ਵਾਂ ਜਾਮਾ ਪਹਿਨਿਆ ਹੈ। ਸਿੱਖ ਅਬਾਲ ਅਸਿੱਖ ਸੰਘਰੋ ਸਾਡੇ ਸਿੱਖਾਂ ਨੂੰ ਹੱਥ ਦੇ ਕੇ ਬਚਾਓ। ਸਿੱਖ ਜਿਹੜੇ ਮਨਮਤੀਏ ਲੋਕ ਨੇ, ਦੁਸ਼ਟ, ਉਹਨਾਂ ਨੂੰ ਖਤਮ ਕਰੋ। ਦੁਸ਼ਟ ਜਿੱਤੇ ਉਠਵਤ ਅਤਪਾਤਾ ਜਿੰਨੇ ਦੁਸ਼ਟ ਉਪੱਦਰ ਉਠਾਉਂਦੇ ਨੇ, ਪਹਾੜੀ ਰਾਜੇ ਥੋੜੇ ਉਪੱਦਰ ਉਠਾ ਰਹੇ ਨੇ, ਤੁਰਕਾਂ ਨੇ ਥੋੜੇ ਉਠਾਏ। ਸਕਲ ਮਲੇਸ਼ ਕਰੋ ਰਣ ਖਾਤਾ ਜੰਗ ਭੂਮਿਕਾ ਸਾਰੇ ਮਲੇਸ਼ਾਂ ਨੂੰ ਖਤਮ ਕਰ ਦਿਓ। ਜੇ ਅਸ ਤੁਜ ਤਵ ਸਰਣੀ ਪਰੇ ਇਹ ਤਲਵਾਰ ਦੇ ਨਿਸ਼ਾਨ ਵਾਲੇ ਵਾਹਿਗੁਰੂ ਜਿਹੜੇ ਤੇਰੀ ਸ਼ਰਨ 'ਚ ਪਏ ਹਨ, ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਉਹਨਾਂ ਦੇ ਜਿਹੜੇ ਦੁੱਖ ਦੇਣ ਵਾਲੇ ਦੁਸ਼ਟ ਪਾਪੀ ਨੇ ਨਾ, ਦੁਖੀ ਹੋ ਕੇ ਮਰਦੇ ਨੇ। ਪੁਰਖ ਜਮਨ ਪਗ ਪਰੇ ਤਿਹਾਰੇ ਜਿਹੜੇ ਵੀ ਪੁਰਖ ਤੁਹਾਡੇ ਚਰਨ ਸ਼ਰਨ ਵਿੱਚ ਪੈ ਗਏ, ਤਿਨ ਕੇ ਤੁਮ ਸੰਕਟ ਸਭ ਟਾਰੇ ਉਹਨਾਂ ਸਾਰਿਆਂ ਦੇ ਤੁਸੀਂ ਜੰਮਣ ਮਰਨ ਤੱਕ ਅਗਿਆਨ ਜਨ ਸਾਰੇ ਸੰਕਟ ਖਤਮ ਕਰ ਦਿੱਤੇ। ਜੋ ਕਲ ਕੋ ਇੱਕ ਬਾਰ ਧਿਆ ਹੈ ਇਹ ਖਾਲਸਾ ਜੀ, ਜੋ ਅਕਾਲ ਪੁਰਖ ਅੰਤਰਜਾਮੀ ਹੈ, ਜੋ ਉਸ ਨੂੰ ਇੱਕ ਵਾਰੀ ਵੀ ਧਿਆਵੇ, ਤਾਕੇ ਕਾਲ ਨਿਕਟ ਨਹੀਂ ਆਏ ਮੁੜ ਕੇ ਕਾਲ ਨਹੀਂ ਨੇੜੇ ਆਉਂਦਾ। ਸਤ ਸੰਗੀ ਖਾਲਸਾ ਕਿਉਂ ਨਿਰਭੈ ਹੋ ਕੇ ਧਰਮ ਦਾ ਯੁੱਧ ਕਰਦਾ, ਉਹ ਕਾਲ ਤੋਂ ਨਹੀਂ ਡਰਦਾ। ਰੱਛਾ ਹੋਏ ਤਾਏ ਸਭ ਕਾਲਾ ਸਾਰਿਆਂ
ਸਮਾਂ ਚ ਆਪ ਜੀ ਦੀ ਰੱਖਿਆ ਹੈ ਜੀ। ਦੁਸ਼ਟ ਅਰਿਸ਼ਟ ਟਰੇ ਤਤਕਾਲਾ, ਜਿੰਨੇ ਅਰਿਸ਼ਟ ਦੁੱਖ ਦੇਣ ਵਾਲੇ ਵਿਰੋਧੀ ਦੁਸ਼ਟ ਨੇ ਉਹ ਟਲ ਜਾਂਦੇ ਹਨ। ਕਿਰਪਾ ਦ੍ਰਿਸ਼ਟਨ ਜਾਏ ਨਿਹਰਿਓ, ਇਹ ਵਾਹਿਗੁਰੂ ਜਿਨ੍ਹਾਂ ਨੂੰ ਕਿਰਪਾ ਦ੍ਰਿਸ਼ਟੀ ਨਾਲ ਦੇਖਦਾ ਤੂੰ, ਤਾਕੇ ਤਾਪ ਤਨਕ ਮੈਂ ਹਰ ਹੋ, ਉਹਨਾਂ ਦੇ ਤਨਕ ਥੋੜੇ ਮਾਤਰ ਸਿਆਦੀ ਵਿਆਦੀ ਉਪਾਦੀ ਤਿੰਨੇ ਤਾਪ ਖਤਮ ਕਰ ਦਿੰਦੇ। ਰਿੱਧ ਸਿੱਧ ਕਰਮੋ ਸਭ ਹੋਈ, ਉਹਨਾਂ ਪ੍ਰੇਮੀਆਂ ਦੇ ਘਰਾਂ 'ਚ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਸਾਰੀਆਂ। ਦੁਸ਼ਟ ਸਾਥ ਸਵੈ ਸਕੇ ਨ ਕੋਈ, ਦੁਸ਼ਟਾਂ ਦੀ ਸਤ ਸੰਗਤ ਦੀ ਸ਼ਾਨ ਹੀ ਨੇੜੇ ਆ ਸਕਦੀ, ਛੂ ਨਹੀਂ ਸਕਦੀ। ਇੱਕ ਵਾਰ ਜਿਨ ਤੁਮੇ ਸੰਭਾਰਾ, ਇਹ ਵਾਹਿਗੁਰੂ ਜਿਨ੍ਹਾਂ ਨੇ ਇੱਕ ਵਾਰੀ ਵੀ ਤੈਨੂੰ ਚੇਤੇ ਕਰ ਲਿਆ ਸੰਗਤ ਵਿੱਚ, ਕਾਲ ਫਾਂਸ ਤੇ ਤਾਹੇ ਅਵਾਰਾ, ਉਹਨਾਂ ਨੂੰ ਤੂੰ ਕਾਲ ਦੀ ਫਾਹੀ ਤੋਂ ਬਚਾ ਲਿਆ ਹੈ। ਜਿਨ ਨਰ ਨਾਮ ਤਿਹਾਰੋ ਕਹਾ, ਜਿਨ੍ਹਾਂ ਨੇ ਤੇਰੇ ਨਾਮ ਦਾ ਉਚਾਰਨ ਕੀਤਾ, ਦਾਰਦ ਦੁਸ਼ਟ ਦੋਗ ਤੇ ਰਹਾ, ਉਹਨਾਂ ਦੇ ਘਰ ਦਰਿਦਰ ਨਹੀਂ ਰਹਿਣ ਦਿੱਤਾ ਹੈ ਤੇ ਦੁਸ਼ਟ ਨਹੀਂ ਸੱਚ ਸਮਝੀ ਉਹਨਾਂ ਨੂੰ ਤੰਗ ਕਰਦੇ ਹਨ। ਕੋਈ ਦੋਸ਼ ਕਲੰਕ ਨਹੀਂ ਉਹਨਾਂ ਨੂੰ ਲੱਗਦੇ। ਖੜਗ ਕੇ ਤੁਮੈ ਸਰਨ ਤਿਹਾਰੀ, ਇਹ ਖੜਗ ਤਲਵਾਰ ਦੇ ਨਿਸ਼ਾਨ ਵਾਲੇ ਵਾਹਿਗੁਰੂ ਅਸੀਂ ਤੇਰੀ ਸ਼ਰਨ ਹਾਂ। ਹਾਥ ਆਪ ਹਾਥ ਦੇ ਲਿਓ ਬਾਰੀ, ਆਪ ਕਿਰਪਾ ਦਾ ਹੱਥ ਦੇ ਕਰਕੇ ਸਾਨੂੰ ਮਾਤ ਲੋਕ ਦੇ ਅੰਦਰ ਅੱਜ ਅਸੀਂ ਪਰਉਪਕਾਰ ਵਾਸਤੇ ਪੰਥ ਖਾਲਸਾ ਰਚਨਾ ਹੈ, ਸਾਨੂੰ ਬਚਾ ਲਓ। ਸਰਵ ਠੌਰ ਮੋ ਹੋ ਸਹਾਈ, ਸਾਰੇ ਥਾਵਾਂ ਤੇ ਸਾਡੇ ਸਹਾਇਕ ਹੋਵੋ। ਦੋਸਤ ਦੋਗ ਤੇ ਲਿਓ ਬਚਾਈ, ਦੋਸਤਾਂ ਦੋਖੀਆਂ ਮਲੇਸ਼ਾਂ ਦਾ ਨਾਸ਼ ਕਰ ਲਓ, ਬਚਾਓ। ਕਿਰਪਾ ਕਰੀ ਹਮ ਪਰ ਜਗ ਮਾਤਾ, ਇਹ ਜਗ ਇੱਥੇ ਸਾ ਕੇ ਸੱਚ ਜੀ ਬੇੜੀ ਡੁੱਬ ਜਾਂਦੀ ਕਮੇਟੀ ਵਾਲਿਆਂ ਦੀ। ਕਹਿੰਦੇ ਇਹ ਤਾਂ ਜੀ ਮਾਤਾ ਦੇਵੀ ਕਹਤੀ, ਇਥੋਂ ਬਾਣੀ ਛੱਡ ਦਿਓ ਵਿਚਾਲਿਓ। ਹਰੇ ਆਪੇ ਮਾਤਾ ਆਪੇ ਪਿਤਰ ਜਨਜੀਓ ਪਾਏ ਜਗ ਦਿਖਾਇਆ, ਨਾਰਨਾ ਪੁਰਖਣਾ ਪੰਖ ਨੂੰ ਸਾਚੋ ਚਤਰ ਸਰੂਪ। ਵਾਹਿਗੁਰੂ ਨਾ ਖੁਸਰੇ ਦੇ ਚਿੰਨ ਵਾਲਾ ਹੈ, ਨਾ ਆਦਮੀ ਦੇ ਚਿੰਨ ਵਾਲਾ ਹੈ, ਨਾ ਮਰਦ ਦੇ ਚਿੰਨ ਵਾਲਾ ਹੈ। ਉਸ ਨੂੰ ਮਾਂ ਕਹਿ ਕੇ ਵੀ ਹਾਕ ਮਾਰ ਸਕਦੇ ਹਾਂ, ਪਿਤਾ ਕਹਿ ਕੇ ਵੀ ਹਾਕ ਮਾਰ ਸਕਦੇ ਹਾਂ। ਕਿਰਪਾ ਕਰੀ ਹਮ ਪਰ ਜਗ ਮਾਤਾ, हे ਜਗ ਦੇ ਮਾਤਾ ਰੂਪ ਪਰਮੇਸ਼ਰ ਤੂੰ ਸਾਡੇ ਤੇ ਕਿਰਪਾ ਕੀਤੀ ਹੈ। ਗ੍ਰੰਥ ਕਰਾ ਪੂਰਨ ਸਭ ਰਾਤਾ, ਇਹ ਸਭ ਗੁਣਾਂ ਚ ਭਰਿਆ ਹੋਇਆ ਗ੍ਰੰਥ ਅਸੀਂ ਤੁਹਾਡੀ ਕਿਰਪਾ ਨਾਲ ਰਚਿਆ ਹੈ। ਕਿਲਬਕ ਸਕਲ ਦੇਹ ਕੋ ਹਰਤਾ, ਜੋ ਇਸ ਨੂੰ ਪੜ੍ਹੇਗਾ ਉਹਦੀ ਦੇਹ ਦੇ ਸਾਰੇ ਕਿਲ ਨੀਚੇ ਕਰਕੇ ਜ਼ਹਿਰ ਵਰਗੇ ਕੌੜੇ ਪਾਪ ਨਾਸ਼ ਕਰ ਦੇਵੇਗਾ। ਇਹ ਬਾਣੀ ਦੁਸ਼ਟ ਦੋਖਿਨ ਕੋ ਸ਼ੈ ਕਰਤਾ, ਜਿੰਨੇ ਦੁਸ਼ਟ ਹਨ ਦੋਖੀ ਹਨ ਗੁਰੂ ਘਰ ਦੇ ਸਾਰਿਆਂ ਨੂੰ ਸ਼ੈ ਨਾਸ਼ ਕਰਨ ਵਾਲੀ ਬਾਣੀ ਹੈ। ਸ੍ਰੀ ਅਸਤੋ ਜਾ ਪਏ ਦਿਆਲਾ, ਇਹ ਖਾਲਸਾ ਜੀ ਜਦੋਂ ਵਾਹਿਗੁਰੂ ਅਕਾਲ ਪੁਰਖ ਅੰਤਰਜਾਮੀ ਤਲਵਾਰ ਧਾਰੀ ਸਾਡੇ ਤੇ ਦਿਆਲੂ ਹੋਏ, ਪੂਰਨ ਕਰਾ ਗ੍ਰੰਥ ਤਤਕਾਲਾ, ਸ਼ੀਘਰ ਹੀ ਅਸੀਂ ਗ੍ਰੰਥ ਪੂਰਾ ਕਰ ਦਿੱਤਾ। ਮਨ ਬਾਂਛਤ ਫਲ ਪਾਵੇ ਸੋਈ, ਜੋ ਸਾਡਾ ਪ੍ਰੇਮੀ ਗੁਰੂ ਕਾ ਸਿੱਖ ਸਿੰਘ ਸਾਰੇ ਜਿਤਨੇ ਹਨ ਜਿਹੜਾ ਪੜ੍ਹੇਗਾ ਉਹ ਮਨ ਚ ਕਾਮਨਾ ਪੂਰੀ ਕਰ ਲਵੇਗਾ। ਦੁਖ ਨ ਤਿਸੇ ਵਿਆਪਤ ਕੋਈ, ਜਨਮਾਂ ਜਨਮਾਂ ਚ ਉਹਦੇ ਨੇੜੇ ਦੁੱਖ ਨਹੀਂ ਚਿੰਬੜੇਗਾ, ਆਵੇਗਾ ਨਹੀਂ। ਦਿਲ ਸੁਣੇ ਗੰਗ ਜੋ ਯਹ ਸਰਸ ਨਾ ਪਾਵੇ, ਅਖੀਰ ਤੇ ਕਹਿੰਦੇ ਨੇ ਜਿਹੜਾ ਇਸ ਨੂੰ ਗੁੰਗਾ ਵੀ ਸੁਣ ਲਵੇਗਾ ਉਹਨੂੰ ਰਸਨਾ ਉਹਦੀ ਚੱਲ ਪਵੇਗੀ। ਸੁਣੇ ਮੂੜ ਚਿਤ ਲਾਏ ਚਤਰਤਾ ਆਵੇ, ਜੇ ਮਹਾ ਮੂਰਖ ਵੀ ਸੁਣ ਲਵੇਗਾ ਚੌਪਈ ਨੂੰ ਉਹਦੇ ਅੰਦਰ ਚਤਰਾਈ ਸਿਆਣਪ ਪ੍ਰਗਟ ਹੋ ਜਾਵੇਗੀ। ਦੁਖ ਦਰਦ ਪਉ ਨਿਕਟ ਨ ਤੇ ਨਰਕੇ ਰਹੇ, ਉਸ ਵਿਅਕਤੀ ਦੇ ਦੁੱਖ ਸਤ ਸਮਝੀ ਕੋਈ ਵੀ ਸਰੀਰ ਵਿੱਚ ਦਰਦ ਕੋਈ ਭੈ ਆਦਿਕ ਨੇੜੇ ਨਹੀਂ ਰਹੇਗਾ। ਹੋ ਜੋ ਯਾਕੀ ਇੱਕ ਵਾਰ ਚੌਪੀ ਕੋ ਕਹੇ, ਹੋ ਹੇ ਭਾਈ ਜਿਹੜਾ ਇੱਕ ਵਾਰੀ ਇਹ ਚੌਪਈ ਨੂੰ ਭਾਵਨਾ ਨਾਲ ਮਨ ਇਕਾਗਰਤਾ ਨਾਲ ਪੜ੍ਹੇਗਾ। ਚੌਪਈ ਸੰਬਤ 17 ਸਹਿਜ ਪਨੀਜੈ, ਆ ਗਿਆ ਸਤ ਸੰਜੀ ਸੰਮਤ ਅੱਜ 300 ਸਾਲ ਪੂਰਾ ਹੋ ਗਿਆ। ਅੱਜ ਦੇ ਦਿਨ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਤਾਂ ਆਪਾਂ ਸਤ ਸੰਗਤ ਜੀ ਇਹ ਵਿਚਾਰ ਕੀਤੀ ਹੈ। ਅੱਜ ਸੰਬਤ 17 ਸਹਿਜ ਪਨੀਜੈ 1700 ਬਿਕਰਮੀ ਸੀ ਉਸ ਵੇਲੇ। ਅਰਧ ਸਹਿਜ ਪੁਨ ਤੀਨ ਕਹੈ ਜੇ, ਉਸ ਤੋਂ ਉੱਤੇ 100 ਦਾ ਅੱਧ ਸਤ ਸੰਜੀ 50 ਫੁਰ ਤੀਨ ਕਹਿਜੈ, ਤਿੰਨ ਹੋਰ ਜੋੜ ਲੋ 1753। ਭਾਦਰਵ ਸੁਦੀ ਅਸ਼ਟਮੀ ਰਵਵਾਰ, 1753 ਬਿਕਰਮੀ ਭਾਦਰੋਂ ਦੇ ਮਹੀਨੇ ਚ ਸਤ ਸੰਗਤ ਜੀ ਚਾਨਣ ਪੱਖ ਦੀ ਅਸ਼ਟਮੀ ਐਤਵਾਰ ਦਿਨ ਸੀ। ਤੀਰ ਸਤ ਦਰਵ ਗ੍ਰੰਥ ਸੁਧਾਰਾ, ਸਤਲੁਜ ਦੇ ਕਿਨਾਰੇ ਭਵੌਰ ਸਾਹਿਬ ਬੈਠ ਕੇ ਆਪਣੀ ਮੌਜ ਸੱਚੇ ਪਾਤਸ਼ਾਹ ਨੇ ਸਤ ਸੰਗਤ ਜੀ ਇਹ ਗ੍ਰੰਥ ਸੰਪੂਰਨ ਕੀਤਾ ਹੈ। ਐਸੀ ਅੰਮ੍ਰਿਤਮਈ ਬਾਣੀ ਖਾਲਸਾ ਜੀ ਜਿਸ ਬਾਣੀ ਨੂੰ ਅੱਜ 300 ਸਾਲ ਸੰਪੂਰਨ ਹੋਇਆ ਹੈ। ਹਾਂਜੀ ਪੜ੍ਹ ਦੂਗਾ ਹਾਂ। ਇਤ ਸ੍ਰੀ ਚਰਿਤਰੇ ਪਖਿਆਨੇ ਇਤੀ ਹੋਇਆ ਸਤ ਸੰਗਤ ਜੀ ਇੱਥੇ ਸੰਪੂਰਨ ਜਿਹੜਾ ਅਖਿਆਨ ਸੀ ਜੋ ਮਹਾਰਾਜ ਨੇ ਵਰਣਨ ਕੀਤਾ ਪ੍ਰਸੰਗ ਇੱਥੇ ਇਤੀ ਹੋਇਆ ਸਤ ਸੰਗਤ ਜੀ। ਮੰਤਰੀ ਭੂਤ ਸੰਵਾਦੇ 405 ਚਰਿਤਰ ਸਮਾਪਤ ਮਸਤ ਤੋਂ ਮਸਤ। ਮੰਤਰੀ ਵਜ਼ੀਰ ਦਾ ਨਾਲੇ ਭੂਪ ਰਾਜੇ ਚਤਰ ਸਿੰਘ ਦਾ ਸਤ ਸੰਗਤ ਸੰਵਾਦ ਹੈ ਜਿਹੜਾ ਆਪਸ ਵਿੱਚ ਹੀ ਕਿ ਉਹ ਰਾਜੇ ਨੂੰ ਆਪਣੇ ਪੁੱਤਰ ਨੂੰ ਫਾਂਸੀ ਚਾੜਨਾ ਚਾਹੁੰਦਾ ਹਨੂਮੰਤ ਸਿੰਘ ਨੂੰ। ਇਹ ਸਤ ਸੰਗਤ ਇੱਕ ਇੱਕ ਪ੍ਰਸੰਗ ਸੁਣਾ ਕੇ ਜਿਹੜੇ ਵਜ਼ੀਰ ਨੇ
ਉਹਦੀ ਨਿਸ਼ਾ ਕਰ ਦਿੰਦੇ ਨੇ। ਰਾਤ ਨੂੰ ਫੇਰ ਰਾਣੀ ਸਿਖਾ ਦਿੰਦੀ ਹੈ, ਫੇਰ ਰਾਜਾ ਚਾਹੁੰਦਾ ਪੁੱਤਰ ਨੂੰ ਮਾਰਦੇ ਆ। ਸਤ ਸੰਗ ਜੀ ਪੁੱਤਰ ਨੂੰ ਬਚਾ ਕੇ ਰੱਖ ਦਿੱਤਾ ਸੀ ਜਤ ਸਤ ਵਾਲੇ ਨੂੰ। ਸੋ ਪ੍ਰੇਮੀ ਜਨੋ, ਇੱਥੇ ਸੰਪੂਰਨ ਹੋਈ, ਭੁੱਲਾਂ ਚੁੱਕਾਂ ਮਾਫ ਕਰਨੀਆਂ। ਸਮਾਂ ਸਤ ਸੰਗਤ ਜੀ ਸੰਪੂਰਨ ਹੋਇਆ, ਉੱਤੇ ਜਾ ਰਿਹਾ ਹੈ।